ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸ਼ੀਤਲ ਹੋਇਓ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜਿਉ। ਜਲਨ ਬੁਝੀ ਸ਼ੀਤਲ ਹੋਇਓ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜਿਉ। ਧੰਨ ਵਾਹਿਗੁਰੂ ਸਾਹਿਬ ਜੀਓ। ਚੇਤ ਗੋਬਿੰਦ ਆਰਾਧੀਐ, ਹੋਵੇ ਆਨੰਦ ਕਣਾ। ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਪਣਾ। ਜਿਨ ਪਾਇਆ ਪ੍ਰਭ ਆਪਣਾ, ਆਏ ਤਿਸੈ ਗਣਾ। ਇਕ ਖਿਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਣਾ। ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਬਣਾ। ਸੋ ਪ੍ਰਭ ਚਿਤ ਨ ਆਵਈ, ਕਿਤੜਾ ਦੁਖ ਗਣਾ। ਜਿਨੀ ਰਾਵਿਆ ਸੋ ਪ੍ਰਭੂ, ਤਿਨਾ ਭਾਗ ਮਣਾ। ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨਾ। ਚੇਤ ਮਲਾਏ ਸੋ ਪ੍ਰਭੂ, ਤਿਸ ਕੈ ਪਾਏ ਲਗਾ। ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲਗਾ। ਜੁਗੁ ਜੁਗ ਅਟਲ ਚਵਰ ਛਤਰ ਤਖਤ ਸਿੰਘਾਸਨ ਦੇ ਇਕਲੌਤੇ ਮਾਲਕ, ਜਾਗਦੀ ਜੋਤ ਸੁਖਾਂ ਦੇ ਦਾਤੀ, ਵਾਲੀ ਕੋ ਲਾਲਮ ਸ਼ਬਦ ਸਰੂਪ ਜਾਗਦੀ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨਾਂ ਦੀ ਪਾਵਨ ਮੁਕੱਦਸ ਗੋਦ ਅੰਦਰ ਸੁਭਾਈਮਾਨ ਸਤਿਕਾਰਯੋਗ ਸਤਸੰਗੀ ਜਨੋ, ਵੱਡਿਆਂ ਭਾਗਾਂ ਵਾਲੇ ਹੋ, ਜੋ ਸਤਿਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਸਵਾਰਿਆਂ ਪਾਸੋਂ ਬੜੇ ਅਦਬ ਸਤਿਕਾਰ ਨਾਲ ਸਤਿਗੁਰੂ ਜੀ ਦੀ ਮੁਬਾਰਕ ਬਾਣੀ ਦਾ ਕੀਰਤਨ ਸ਼ਰਵਣ ਕਰ ਰਹੇ ਸੀ। ਬਹੁਤ ਵੱਡਾ ਅਹਿਮ ਯੋਗਦਾਨ ਹੈ ਧਰਮ ਪ੍ਰਚਾਰ ਟਰਸਟ ਘਨੌਲੀ ਵੱਲੋਂ
ਦੋਵੇਂ ਬੱਚੇ ਕੀਰਤਨ ਦੀਆਂ ਕਲਾਸਾਂ ਦੇ ਵਿੱਚ ਆ ਕੇ ਸਤਿਗੁਰਾਂ ਦੀ ਰਹਿਮਤ ਦੁਆਰਾ ਇਲਾਹੀ ਸ਼ਬਦਾਂ ਨੂੰ ਆਪਣੀ ਰਸਨਾ ਦੇ ਨਾਲ ਉਚਾਰਦੇ ਨੇ। ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਇਸ ਪੀੜ੍ਹੀ ਨੂੰ ਸਤਿਗੁਰੂ ਦੇ ਚਰਨਾਂ ਵਿੱਚ ਜੁੜਿਆ ਹੋਇਆ ਵੇਖਦੇ ਹਾਂ, ਸ਼ਬਦਾਂ ਨੂੰ ਗਾਇਨ ਕਰਦਾ ਵੇਖਦੇ ਹਾਂ। ਆਓ ਹੁਣ ਕੁਝ ਕੁ ਸਮੇਂ ਲਈ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 594 ਨਵੇਂ ਸਾਲ ਦੀ ਆਗਮਨ ਦੀ ਖੁਸ਼ੀ ਅੰਦਰ ਇਹ ਜੋ ਪ੍ਰੋਗਰਾਮ ਹਰ ਸਾਲ ਕੀਤਾ ਜਾਂਦਾ ਹੈ, ਇਸ ਸਾਲ ਵੀ ਸਤਿਗੁਰਾਂ ਦੇ ਓਟ ਆਸਰੇ ਨਾਲ ਹੋ ਰਿਹਾ ਹੈ। ਸਤਿਗੁਰੂ ਜੀ ਇਸ ਨਵੇਂ ਸਾਲ ਦੇ ਪਰਥਾਏ ਕੀ ਕੀਮਤੀ ਪਾਵਨ ਉਪਦੇਸ਼ ਸਾਡੀ ਝੋਲੀ ਵਿੱਚ ਪਾਉਣਾ ਚਾਹੁੰਦੇ ਹਨ। ਆਓ ਸਮਝਣ ਦਾ ਯਤਨ ਕਰੀਏ। ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਹੋਈ ਪਾਵਨ ਫਤਿਹ ਨਾਲ ਸਾਂਝ ਬਣਾਓ, ਦਿਓ ਪਿਆਰ ਦੀ ਅਸੀਸ, ਸਤਿਗੁਰਾਂ ਨੂੰ ਝੁਕਾਓ ਸੀਸ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਮੁੱਚੀ ਬਾਣੀ ਅਥਾਹ ਬਖਸ਼ਿਸ਼ਾਂ ਕਰਦੀ ਹੈ ਇਸ ਜੀਵ ਦੇ ਉੱਤੇ। ਅਸੀਂ ਜ਼ਿਕਰ ਕੀਤਾ ਹੈ ਕਿ ਨਵੇਂ ਸਾਲ ਦੀ ਖੁਸ਼ੀ ਦੇ ਅੰਦਰ, ਆਗਮਨ ਪੁਰਬ ਦੀਆਂ ਖੁਸ਼ੀਆਂ ਦੇ ਅੰਦਰ ਇਹ ਸਮਾਗਮ ਹਰ ਸਾਲ ਉਲੀਕਿਆ ਜਾਂਦਾ ਹੈ। ਜਦੋਂ ਅਸੀਂ ਮੌਸਮ ਦੀ ਬਣਤਰ ਦੇ ਹਿਸਾਬ ਨਾਲ ਵੇਖਦੇ ਹਾਂ ਤਾਂ ਬਸੰਤ ਰੁੱਤ ਦਾ ਆਗਮਨ ਚੱਲ ਰਿਹਾ ਹੈ। ਕਰੁੰਬਲਾਂ ਫੁੱਟੀਆਂ ਹੋਈਆਂ ਨੇ, ਚਾਰੇ ਪਾਸੇ ਹਰਿਆਲੀ ਹੈ, ਖੇੜਾ ਹੈ, ਕੁਦਰਤ ਸ਼ਿੰਗਾਰੀ ਪਈ ਹੈ, ਨਵੇਂ ਪੱਤਿਆਂ ਨੇ, ਕਰੁੰਬਲਾਂ ਨੇ। ਵੇਖਣ ਵਾਲਾ ਉਹਨਾਂ ਕਰੁੰਬਲਾਂ ਨੂੰ ਬੜਾ ਖੁਸ਼ ਹੁੰਦਾ ਏ, ਬੜਾ ਮਾਣਦਾ ਏ। ਸਤਿਗੁਰੂ ਜੀ ਆਖਦੇ ਨੇ ਇਹ ਸਮੁੱਚੀ ਕੁਦਰਤ ਉਸ ਕਰਤੇ ਨੇ ਸ਼ਿੰਗਾਰੀ ਹੋਈ ਹੈ। ਇੱਥੇ ਪੁਰਾਣੇ ਝੜ ਜਾਂਦੇ ਨੇ, ਨਵੇਂ ਪੱਤੇ ਆ ਜਾਂਦੇ ਨੇ। ਰੁੱਤ ਦਾ ਆਗਮਨ ਹੋਣ ਕਰਕੇ, ਬਸੰਤ ਰੁੱਤ ਹੋਣ ਕਰਕੇ ਸਭ ਦੇ ਮਨ ਨੂੰ ਮੋਹਦੇ ਨੇ ਉਹ ਫੁੱਲ, ਉਹ ਕਲੀਆਂ, ਉਹ ਪੱਤੇ, ਉਹ ਕਰੁੰਬਲਾਂ। ਸਾਰੀ ਪ੍ਰਕਿਰਤੀ ਜਿੱਥੇ ਖਿੜੀ ਹੋਈ ਹੈ, ਸਤਿਗੁਰੂ ਆਖਦੇ ਨੇ ਇੱਕ ਬੂਟਾ ਮੁਰਝਾਇਆ ਹੋਇਆ ਹੈ। ਇੱਕ ਇਹ ਮਨੁੱਖਤਾ ਦਾ ਬੂਟਾ ਹੈ ਜੋ ਮੁਰਝਾ ਚੁੱਕਾ ਹੈ। ਗੁਣਾ ਤੋਂ ਸਖਣਾ ਹੋਣ ਕਰਕੇ, ਬੰਦਗੀ ਤੋਂ ਸਖਣਾ ਹੋਣ ਕਰਕੇ ਇਹਦੇ ਅੰਦਰੋਂ ਆਤਮਿਕ ਖੁਸ਼ਬੂ ਨਹੀਂ ਆ ਰਹੀ। ਆਓ ਅਸੀਂ ਸਮਝਣ ਦਾ ਯਤਨ ਕਰੀਏ। ਸਤਿਗੁਰੂ ਜੀ ਬਾਣੀ ਅੰਦਰ ਬੜੇ ਕੀਮਤੀ ਬਚਨ ਵਰਦੇ ਆਖਦੇ ਨੇ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਜਿੱਥੇ ਇਹ ਕੁਦਰਤ ਤੋਂ ਸਤਿਗੁਰੂ ਬਲਿਹਾਰੇ ਜਾਣ ਦੀ ਗੱਲ ਕਰਦੇ ਨੇ, ਸਦਕੇ ਜਾਣ ਦੀ ਗੱਲ ਕਰਦੇ ਨੇ, ਉੱਥੇ ਇਸ ਕੁਦਰਤ ਦਾ ਇੱਕ ਹਿੱਸਾ ਇਹ ਮਨੁੱਖ ਵੀ ਹੈ, ਇਹ ਜੀਵ ਵੀ ਹੈ, ਇਹ ਸਰੀਰ ਵੀ ਉਸ ਕੁਦਰਤ ਦਾ ਹਿੱਸਾ ਹੈ। ਫੁੱਲ ਕਲੀਆਂ ਖਿਲ ਚੁੱਕੀਆਂ ਨੇ, ਸਭ ਕੁਝ ਖਿਲ ਚੁੱਕਾ ਹੈ। ਜੇ ਕੋਈ ਮੁਰਝਾਇਆ ਹੋਇਆ ਹੈ ਤਾਂ ਉਹ ਜੀਵ ਦਾ ਹਿਰਦਾ ਹੈ। ਸਾਹਿਬ ਸਤਿਗੁਰੂ ਜੀ ਬਾਣੀ ਅੰਦਰ ਕਿਤਨੇ ਪਿਆਰੇ ਬਚਨਾਂ ਨਾਲ ਤੋਲਦੇ ਨੇ। ਸਾਹਿਬ ਸਤਿਗੁਰੂ ਆਖਦੇ ਨੇ, ਜੀੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਇਹ ਜਿੰਦ ਸੜ ਰਹੀ ਹੈ ਅੰਦਰੋਂ, ਅੰਦਰ ਤ੍ਰਿਸ਼ਨਾ ਦੀ ਛੁਰੀ ਵੱਢਦੀ ਜਾ ਰਹੀ ਹੈ। ਅੰਦਰੋਂ ਅੰਦਰੀ ਜ਼ਖਮ ਹੋ ਰਿਹਾ ਏ, ਅੰਦਰੋਂ ਅੰਦਰੀ ਵੱਢਿਆ ਜਾ ਰਿਹਾ ਏ। ਭੀਤਰ ਵਗੈ ਕਾਤੀ, ਅੰਦਰ ਛੁਰੀ ਚੱਲ ਰਹੀ ਹੈ ਤ੍ਰਿਸ਼ਨਾ ਦੀ, ਕੁਝ ਵੀ ਨਹੀਂ ਛੱਡ ਰਹੀ, ਸਭ ਕੁਝ ਵੱਢੀ ਜਾ ਰਹੀ ਹੈ।
ਸਤਿਗੁਰੂ ਆਖਦੇ ਨੇ ਬਸੰਤ ਰੁੱਤ ਆਈ ਹੈ, ਹਰ ਜਗ੍ਹਾ ਤੇ ਜੋਬਨ ਛਾਇਆ ਹੋਇਆ ਏ, ਰੌਣਕਾਂ ਛਾਈਆਂ ਪਈਆਂ ਨੇ। ਜੇ ਕੋਈ ਮੁਰਝਾਇਆ ਹੋਇਆ ਉਹ ਇਨਸਾਨ ਹੈ। ਸਤਿਗੁਰੂ ਜੀ ਕੀ ਕਰਨਾ ਚਾਹੀਦਾ ਮੈਨੂੰ? ਇਹ ਮੇਰਾ ਹਿਰਦਾ ਵੀ ਖਿੜ ਜਾਵੇ, ਇਹਦੇ ਅੰਦਰੋਂ ਵੀ ਉਹ ਆਤਮਕ ਖੁਸ਼ਬੂ ਹੋਣ ਲੱਗ ਪਵੇ, ਇਹ ਜੀਵਨ ਵੀ ਖਿੜ ਜਾਵੇ। ਤੇ ਸਾਹਿਬ ਜੀ ਇਸ਼ਾਰਾ ਕਰਦੇ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਕੀ ਕਹਿੰਦੇ ਨੇ ਬਾਣੀ ਅੰਦਰ? ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ। ਇਸ ਮਨ ਨੂੰ ਹਾਲੀ ਬਣਾ, ਉੱਤਮ ਕਰਨੀ ਭਾਵ ਤੇਰੇ ਕਰਮ ਉੱਤਮ ਹੋਣ, ਨੇਕ ਹੋਣ। ਇਹਦੇ ਵਿੱਚ ਮਿਹਨਤ ਦਾ ਪਾਣੀ ਪਾ ਇਸ ਖੇਤੀ ਦੇ ਅੰਦਰ। ਨਾਮ ਬੀਜ ਸੰਤੋਖ ਸੁਹਾਗਾ। ਇਸ ਸਰੀਰ ਰੂਪੀ ਧਰਤੀ ਵਿੱਚ ਕੀ ਬੀਜਣਾ ਹੈ? ਨਾਮ ਦੀ ਫਸਲ ਬੀਜ, ਤਾਂ ਬੜੀ ਸੋਹਣੀ ਖੇਤੀ ਉਗੇਗੀ, ਬੜਾ ਸੋਹਣਾ ਫਲ ਮਿਲੇਗਾ, ਬੜੀ ਉਸ ਵਿੱਚੋਂ ਮਹਿਕ ਆਵੇਗੀ। ਸਤਿਗੁਰੂ ਕਹਿੰਦੇ ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਨਿਮਰਤਾ ਦੇ ਸੁਭਾਅ ਦੇ ਵਿੱਚ ਰੱਖ ਸਤਿਗੁਰੂ ਮੈਨੂੰ। ਗਰੀਬੀ ਵੇਸ ਦਾ ਭਾਉ ਹੈ ਨਿਮਰਤਾ ਦਾ ਸੁਭਾਅ। ਸਤਿਗੁਰੂ ਆਖਦੇ ਨੇ ਗੁਣਾਂ ਦੀ ਖੇਤੀ ਮਰਝਾਉਣ ਦਾ ਕਾਰਨ ਪਤਾ ਕੀ ਹੈ? ਸ਼੍ਰੀ ਰਾਗ ਦੇ ਵਿੱਚੋਂ ਮਹਾਰਾਜ ਨੇ ਬੜਾ ਹੀ ਪਿਆਰਾ ਬਚਨ ਵਰਤਿਆ ਏ। ਸਤਿਗੁਰੂ ਆਖਦੇ ਨੇ ਲੱਭ ਕੁੱਤਾ ਕੂੜ ਚੂੜਾ, ਠੱਗ ਖਾਦਾ ਮੁਰਦਾਰ। ਬੰਦੇ ਨੇ ਮਿਹਨਤ ਕੀਤੀ ਹੋਵੇ, ਥੋੜੇ ਪੈਸਿਆਂ 'ਚ ਵੀ ਸੰਤੁਸ਼ਟੀ ਹੈ, ਸਬਰ ਹੈ। ਬੇਈਮਾਨੀਆਂ ਕੀਤੀਆਂ ਹੋਣ, ਠੱਗੀਆਂ ਮਾਰੀਆਂ ਹੋਣ, ਬਹੁਤਾ ਧਨ ਵੀ ਥੋੜਾ ਜਾਪਦਾ ਏ, ਅਮਨ ਚੈਨ ਗਵਾਚ ਜਾਂਦਾ ਏ। ਸਤਿਗੁਰੂ ਕਹਿੰਦੇ ਲੱਭ ਕੁੱਤਾ ਕੂੜ ਚੂੜਾ। ਬੰਦੇ ਅੰਦਰ ਬੈਠਾ ਲੋਭ ਦਾ ਕੁੱਤਾ ਭੌਂਕਦਾ ਏ। ਲੋਭੀ ਹੋਇਆ ਇਨਸਾਨ ਜਿਵੇਂ ਲਾਲਚੀ ਕੁੱਤਾ, ਜਦੋਂ ਕੁੱਤਾ ਹਲਕ ਜਾਂਦਾ ਏ ਹਰੇਕ ਨੂੰ ਵੱਢਣ ਨੂੰ ਪੈਂਦਾ ਏ। ਇਨਸਾਨ ਇਨਸਾਨੀਅਤ ਤੋਂ ਗਿਰ ਕੇ ਇੰਨਾ ਕੁ ਨੀਚ ਹੋ ਚੁੱਕਾ ਏ, ਇੱਕ ਦੂਜੇ ਨੂੰ ਵੱਢਣ ਲਈ ਤੁਰ ਪਿਆ ਏ। ਰਿਸ਼ਤੇਦਾਰੀਆਂ ਨਹੀਂ ਛੱਡੀਆਂ, ਸਕਾ ਲਹੂ ਨਹੀਂ ਛੱਡਿਆ, ਕੁਝ ਵੀ ਨਹੀਂ ਛੱਡਿਆ ਨੇ, ਹਰੇਕ ਨੂੰ ਵੱਢਣ ਨੂੰ ਪੈ ਰਿਹਾ ਏ। ਸਤਿਗੁਰੂ ਕਹਿੰਦੇ ਲੋਭ ਦਾ ਕੁੱਤਾ ਭੌਂਕ ਰਿਹਾ ਅੰਦਰ। ਪਤਾ ਕਿਉਂ ਮੁਰਝਾਇਆ ਹੋਇਆ ਏ? ਅੰਦਰ ਮੁਰਦਾਰ ਇਕੱਠਾ ਕਰ ਕਰਕੇ, ਮੁਰਦਾ ਖਾ ਖਾ ਕੇ ਬਦਬੂ ਆ ਰਹੀ ਹੈ ਅੰਦਰੋਂ। ਸਾਹਿਬ ਜੀ ਨੇ ਅੱਗੇ ਸ਼ਬਦ ਵਰਤੇ ਲੱਭ ਕੁੱਤਾ ਕੂੜ ਚੂੜਾ, ਠੱਗ ਖਾਦਾ ਮੁਰਦਾਰ। ਕਿਸੇ ਸਮੇਂ ਨੀਚ ਕਰਮ ਕਰਨ ਵਾਲਿਆਂ ਨੂੰ ਸ਼ੂਦਰ ਆਖਿਆ ਜਾਂਦਾ ਸੀ, ਉਹਨਾਂ ਨੂੰ ਨੀਵੀਂ ਜਾਤ ਦੇ ਆਖਿਆ ਜਾਂਦਾ ਸੀ। ਪਰ ਸਤਿਗੁਰੂ ਆਖਦੇ ਨੇ ਸਭ ਤੋਂ ਨੀਵਾਂ ਕੌਣ ਹੈ? ਜਿਹੜਾ ਝੂਠ ਬੋਲਦਾ ਏ, ਜਿਹੜਾ ਕੁਫਰ ਤੋਲਦਾ ਏ। ਤੇ ਸਾਹਿਬ ਜੀ ਨੇ ਅੱਗੇ ਸ਼ਬਦ ਪਤਾ ਕੀ ਵਰਤੇ? ਠੱਗ ਖਾਦਾ ਮੁਰਦਾਰ। ਕਈ ਬੰਦੇ ਕਹਿੰਦੇ ਮੈਂ ਆ ਨਹੀਂ ਖਾਂਦਾ, ਮੈਂ ਬੜਾ ਵੱਡਾ ਧਰਮੀ ਆ, ਮਨ ਕਰੀ ਫਿਰਦੇ ਨੇ ਆਪਣੇ ਆਪ ਨੂੰ। ਹੁਣ ਸਤਿਗੁਰੂ ਆਖਦੇ ਨੇ ਦੂਜਿਆਂ ਨਾਲ ਮਾਰਨ ਵਾਲੀਆਂ ਠੱਗੀਆਂ ਮੁਰਦਾਰ ਖਾਣ ਦੇ ਬਰਾਬਰ ਹੈ। ਸਤਿਗੁਰੂ ਦੇ ਬਚਨ ਪੜੋ, ਮਹਾਰਾਜ ਕਹਿੰਦੇ ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ। ਗੁਰ ਪੀਰ ਹਮਾ ਤਾਂ ਪਰੈ, ਜਾਂ ਮੁਰਦਾਰ ਨਾ ਖਾਏ। ਵਿਸ਼ਾ ਖਾਣ ਦਾ ਨਹੀਂ ਸੀ। ਸਤਿਗੁਰੂ ਆਖਦੇ ਨੇ ਜਿਉਂਦੇ ਇਨਸਾਨ ਨੂੰ ਢਕਾਰ ਗਿਆ, ਖਾ ਗਿਆ। ਐਡਾ ਤਕੜਾ ਇਹਨੇ ਘਰ ਬਣਾਇਆ, ਇੰਨਾ ਪੈਸਾ ਲਾਇਆ, ਦੁਨੀਆ ਨੂੰ ਦਿਖਾ ਰਿਹਾ ਵੀ ਵੇਖੋ ਮੇਰੇ ਘਰ ਵੱਲ ਨੂੰ। ਮਹਾਰਾਜ ਦਾ ਪਾਠ ਵੀ ਰਖਾਇਆ, ਚੰਗੇ ਤਕੜਾ ਪ੍ਰੋਗਰਾਮ ਕੀਤਾ ਵੀ ਦੁਨੀਆ ਕੇ ਵੀ ਕਮਾਲ ਕਰਤੀ। ਪਲੰਬਰ ਵਿਚਾਰਾ ਗੇੜੇ ਮਾਰਦਾ ਫਿਰਦਾ ਵੀ ਮੇਰੇ ਪੈਸੇ ਦੇ ਦਿਓ, ਇਲੈਕਟ੍ਰੀਸ਼ੀਅਨ ਗੇੜੇ ਮਾਰਦਾ ਫਿਰਦਾ ਮੇਰੇ ਪੈਸੇ ਦੇ ਦਿਓ। ਇਹ ਕਿਸ ਰੱਬ ਨੂੰ ਖੁਸ਼ ਕਰਨ ਤੁਰਿਆ ਹੋਇਆ ਹੈ? ਜਿਹਨੂੰ ਮਹਾਰਾਜ ਨੇ ਆਖਿਆ ਹਰੇਕ ਦਿਲ ਦੇ ਅੰਦਰ ਰੱਬ ਵਸ ਰਿਹਾ ਹੈ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ। ਮੰਦਾ ਕਿਸਨੂੰ ਆਖੀਐ, ਕਹਿੰਦੇ ਕਿਹਨੂੰ ਮੰਦਾ ਆਖਾਂ? ਤਿਸ ਬਿਨ ਕੋਈ ਨਾਹੇ। ਇੱਥੇ ਕਿਹਨੂੰ ਮੰਦਾ ਆਖਾਂ? ਉਹਦੇ ਬਿਨਾ ਕੋਈ ਹੈ ਹੀ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਤਾ ਕੀ ਕਹਿੰਦੇ?
ਸਤਿਗੁਰੂ ਕਹਿੰਦੇ ਹਰੇਕ ਹਿਰਦੇ ਵਿੱਚ ਉਹਦਾ ਵਸ ਹੈ, ਹਰੇਕ ਅੰਦਰੋਂ ਦੀ ਜੋਤ ਵਿਰਾਜੀ ਹੋਈ ਹੈ। ਫਿਰ ਵੀ ਬੰਦਾ ਕਿਉਂ ਇਨਸਾਨਾਂ ਨਾਲ ਧੋਖੇ ਕਰਕੇ ਇੱਕ ਐਸੀ ਤਾਕਤ ਨੂੰ ਖੁਸ਼ ਕਰ ਲੱਗਿਆ ਹੋਇਆ ਵੀ ਜੇ ਇਹ ਕਿਰਪਾ ਕਰ ਦੇਵੇ ਮੇਰੀ ਬੇਈਮਾਨੀ ਵੀ ਚਿੱਟੇ ਵਿੱਚ ਬਦਲ ਜਾਊਗੀ, ਇੱਕ ਨੰਬਰ ਵਿੱਚ ਹੋ ਜਾਵੇਗੀ। ਸਤਿਗੁਰੂ ਕਹਿੰਦੇ ਲੱਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾਰ, ਇਹ ਸਭ ਤੇ ਇਨਸਾਨ ਨੂੰ ਢਕਾਰ ਕੇ ਕਹਿੰਦਾ ਏ ਮੈਂ ਮੁਰਦਾਰ ਨਹੀਂ ਖਾਂਦਾ, ਮੈਂ ਮਾਸ ਨਹੀਂ ਖਾਂਦਾ, ਮੈਂ ਬੜਾ ਵੱਡਾ ਧਰਮੀ ਆ। ਵਿਸ਼ਾ ਖਾਣ ਦਾ ਨਹੀਂ ਸੀ, ਵਿਸ਼ਾ ਇਹ ਸੀ ਸਮਝਣ ਦਾ ਕਿ ਇਹਨੇ ਕਿੰਨਾ ਕੁ ਕਰਕੇ ਜੀਣਾ ਸ਼ੁਰੂ ਕੀਤਾ। ਦੂਜੇ ਇਨਸਾਨ ਦੇ ਹੱਕਾਂ ਨੂੰ ਖਾ ਕੇ ਬੈਠ ਗਿਆ ਤੇ ਸਤਿਗੁਰੂ ਕਹਿੰਦੇ ਇਹ ਜਿਉਂਦੇ ਜੀ ਰਾਖਸ਼ ਬਣਿਆ ਫਿਰਦਾ ਏ, ਜਿਉਂਦੇ ਜੀ ਇਹ ਦੈਂਤ ਬਣਿਆ ਫਿਰਦਾ ਏ। ਤੇ ਸਾਹਿਬ ਸਤਿਗੁਰੂ ਕਹਿੰਦੇ ਗੁਣਾਂ ਦੀ ਫਸਲ ਸੁੱਕ ਰਹੀ ਹੈ ਨਾ। ਹੁਣ ਮਹਾਰਾਜ ਕਹਿੰਦੇ ਮਨ ਹਾਲੀ ਕਿਰਸਾਣੀ ਕਰਨੀ, ਮਨ ਨੂੰ ਹਾੜੀ ਬਣਾ ਤੇ ਆਪਣੀ ਕਰਨੀ ਨੂੰ ਕਿਸਾਨੀ ਬਣਾ। ਜਿਵੇਂ ਕਿਸਾਨ ਨਾ ਜਦੋਂ ਫਸਲ ਬੀਜਦਾ ਹੈ ਉਹ ਨਦੀਨਾਂ ਨੂੰ ਪੁੱਟ-ਪੁੱਟ ਕੇ ਬਾਹਰ ਸੁੱਟਦਾ ਹੈ, ਫਸਲ ਨੂੰ ਬੜੇ ਧਿਆਨ ਨਾਲ ਬਚਾਉਂਦਾ ਹੈ। ਕਹਿੰਦੇ ਆਪਣਾ ਸੁਭਾਅ ਕਿਸਾਨ ਵਰਗਾ ਬਣਾ ਲਾ ਜਿਹਦੇ ਅੰਦਰ ਬੜਾ ਵੱਡਾ ਧੀਰਜ ਹੈ, ਜੋ ਬੀਜ ਕੇ 3 ਮਹੀਨੇ 4 ਮਹੀਨੇ ਉਡੀਕ ਕਰਦਾ ਵੀ ਕਦੋਂ ਫਸਲ ਪੱਕੇ। ਐਡਾ ਦਿਲ ਬਣਾ ਲੈ। ਸ਼ਰਮ ਪਾਣੀ ਤਨ ਖੇਤ, ਇਸ ਤਨ ਨੂੰ ਖੇਤ ਬਣਾ। ਕੀ ਬੀਜਣਾ ਮਹਾਰਾਜ ਇਹਦੇ ਵਿੱਚ? ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਇਹਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਬੀਜ, ਇਹ ਸਰੀਰ ਰੂਪੀ ਧਰਤੀ ਦੇ ਉੱਤੇ। ਜਦੋਂ ਗੁਣਾਂ ਦੀ ਫਸਲ ਮਹਿਕੇਗੀ ਉਹਦੇ ਵਿੱਚੋਂ ਝਾੜ ਦੇਖੀ ਕਿੰਨਾ ਸੋਹਣਾ ਪ੍ਰਾਪਤ ਹੋਵੇਗਾ। ਸਤਿਗੁਰੂ ਕਹਿੰਦੇ ਪ੍ਰਕਿਰਤੀ ਖਿੜੀ ਪਈ ਹੈ, ਜੇ ਕੋਈ ਮੁਰਝਾਇਆ ਹੋਇਆ ਅੰਦਰੋਂ ਆਤਮਿਕ ਜੀਵਨ ਤੋਂ ਕਿਸ ਦੀ ਮੌਤ ਹੋਈ ਹੈ, ਉਹ ਇੱਕ ਇਨਸਾਨ ਹੈ ਜੋ ਇੰਨਾ ਕਲੇਸ਼ ਇਹਦੇ ਅੰਦਰ ਪਿਆ ਹੈ, ਅੰਦਰ ਇਹਦੇ ਇੰਨਾ ਗੰਦ ਪਿਆ ਹੈ ਤੇ ਅੰਦਰ ਇਹ ਰੱਬ ਨੂੰ ਬਿਠਾਉਣਾ ਚਾਹੁੰਦਾ ਹੈ। ਤੁਸੀਂ ਵੇਖੋ ਨਾ, ਰਿਸ਼ਤੇਦਾਰ ਆਉਣੇ ਹੋਣ, ਬੰਦਾ ਪਰਦੇ ਬਦਲਦਾ ਹੈ, ਬੈੱਡ ਸ਼ੀਟਾਂ ਬਦਲਦਾ ਹੈ, ਗੱਦਿਆਂ ਦੇ ਕਵਰ ਬਦਲਦਾ, ਕਿੰਨਾ ਮਿਹਨਤ ਕਰਦਾ, ਕਿੰਨੇ ਯਤਨ ਕਰਦਾ, ਪਰ ਕਦੀ ਨਹੀਂ ਸੋਚਿਆ ਵੀ ਜਿਸ ਹਿਰਦੇ ਘਰ ਵਿੱਚ ਰੱਬ ਜੀ ਨੇ ਮਹਿਮਾਨ ਬਣ ਕੇ ਬਹਿਣਾ ਆਉਣਾ ਹੈ, ਉੱਥੇ ਕਿੰਨੀ ਬਦਬੂ ਮਾਰਦੀ ਹੋਵੇਗੀ, ਕਿੰਨਾ ਕਲੇਸ਼ ਪਿਆ ਹੋਵੇਗਾ, ਅੰਦਰ ਨਫ਼ਰਤ ਈਰਖਾ ਦਾ ਜ਼ਹਿਰ ਘੁਲਿਆ ਪਿਆ, ਜ਼ੁਬਾਨ ਤੋਂ ਮੁਸਕਰਾਉਣਾ, ਉੱਪਰੋਂ ਜਫੀਆਂ ਪਾਉਣੀਆਂ, ਅੰਦਰੋਂ ਮਨਾਂ ਚੋਂ ਛੁਰੀ ਰੱਖੀ ਪਈ ਹੈ। ਸਤਿਗੁਰੂ ਪਤਾ ਕੀ ਕਹਿੰਦੇ? ਇਹ ਸੜ ਰਿਹਾ ਅੰਦਰ, ਤ੍ਰਿਸ਼ਨਾ ਦੀ ਛੁਰੀ ਚੱਲ ਰਹੀ ਹੈ। ਕਿਵੇਂ ਖੁਸ਼ ਹੋ ਜਾਵੇ ਜਿੱਥੇ ਸਾਰੀ ਪ੍ਰਕਿਰਤੀ ਖਿਲੀ ਪਈ ਹੈ, ਇਹ ਇਕੱਲਾ ਹੀ ਮੁਰਝਾਇਆ ਫਿਰਦਾ ਹੈ। ਤੇ ਸਾਹਿਬ ਜੀ ਨੇ ਆਖਿਆ ਇਹਦੇ ਮੁਰਝਾਉਣ ਦਾ ਕਾਰਨ ਪਤਾ ਕੀ ਹੈ? ਇਹ ਰੱਬ ਤੋਂ ਵਿਛੜ ਚੁੱਕਿਆ। ਆਹ ਕਾਰਨਾਂ ਕਰਕੇ ਵਿਛੜੇ ਰੱਬ ਤੋਂ। ਦੇਖੋ ਬਾਹਰੋਂ ਕੋਈ ਗੁਰੂ ਘਰ ਜਾਵੇ ਨਾ ਜਾਵੇ ਇੱਕ ਅਲੱਗ ਗੱਲ ਹੋ ਜਾਂਦੀ ਹੈ, ਕੋਈ ਮੰਦਿਰ ਮਾਝੇ ਜਾਵੇ ਨਾ ਜਾਵੇ ਇੱਕ ਅਲੱਗ ਗੱਲ ਹੈ। ਜਿਹਦੇ ਅੰਦਰੋਂ ਭੈ ਖਤਮ ਹੋ ਗਿਆ, ਅੰਦਰੋਂ ਡਰ ਖਤਮ ਹੋ ਗਿਆ, ਉਹ ਜਿਉਂਦੇ ਜੀ ਮੁਰਦਾ ਹੈ। ਤੇ ਸਤਿਗੁਰੂ ਨੇ ਆਖਿਆ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਮਹਾਰਾਜ ਅਸੀਂ ਆਪਣੇ ਕੀਤੇ ਹੋਏ ਕਰਮਾਂ ਕਰਕੇ ਤੇਰੇ ਤੋਂ ਵਿਛੜੇ ਹੋਏ ਆ। ਵਿਛੜਨ ਦਾ ਕਾਰਨ ਮੈਂ ਖੁਦ ਹਾਂ, ਕਿਉਂਕਿ ਮੇਰੇ ਕਰਮ ਹੀ ਐਸੇ ਨੇ ਕਿ ਮੈਂ ਤੇਰੇ ਮੁਤਾਬਕ ਤੁਰ ਹੀ ਨਹੀਂ ਸਕਿਆ, ਮੈਂ ਤੇਰੇ ਮੁਤਾਬਕ ਚੱਲ ਹੀ ਨਹੀਂ ਸਕਿਆ। ਇੰਨੀਆਂ ਬੇਈਮਾਨੀਆਂ ਕਰਨ ਦੇ ਨਾਲ ਮੇਰੇ ਕੁਝ ਧਰਮ ਦੇ ਕਰਮ ਵੀ ਨੇ। ਆਓ ਵੇਖੀ ਹੁਣ ਧਰਮ ਦੇ ਕਰਮ ਕਿਹੜੇ ਕਿਹੜੇ ਨੇ। ਕੀ ਗੁਰੂ ਉਹਨਾਂ ਨੂੰ ਪ੍ਰਵਾਨ ਕਰਦਾ? ਕੀ ਗੁਰੂ ਸਾਹਿਬ ਉਹਨਾਂ ਨੂੰ ਪ੍ਰਵਾਨ ਕਰਦੇ ਨੇ? ਸਤਿਗੁਰੂ ਪਤਾ ਕੀ ਕਹਿੰਦੇ? ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ। ਇੰਨੀਆਂ ਬੇਈਮਾਨੀਆਂ ਕਮਾਉਣ ਦੇ ਨਾਲ ਇਹਨੇ ਕੁਝ ਯਤਨ ਕੀਤਾ, ਮੈਂ ਧਰਮ ਵੀ ਕਮਾ ਲਾਂ। ਧਰਮ ਉਹ ਕਮਾਉਣਾ ਏ ਜੋ ਮੈਨੂੰ ਚੰਗਾ ਲੱਗਦਾ ਏ, ਜੋ ਮੇਰੀ ਸੁਰਤ ਨੂੰ ਚੰਗਾ ਲੱਗਦਾ ਏ। ਤੇ ਇਹਨੂੰ ਮਹਾਰਾਜ ਨੇ ਧਰਮ ਨਹੀਂ ਆਖਿਆ, ਮਨ ਮਤ ਆਖਿਆ ਏ, ਮਨ ਦੀ ਮਤ। ਇਹ ਤੀਰਥਾਂ ਤੇ ਨਹਾਉਣ ਗਿਆ ਵੀ ਪਾਪ ਧੋਤੇ ਜਾਣ, ਹਿਰਦਾ ਸਾਫ਼ ਹੋ ਜਾਵੇ, ਤੀਰਥਾਂ ਤੇ ਨਹਾ ਕੇ ਇਹਨੇ ਯਤਨ ਕੀਤਾ। ਦਾਨ ਪੁੰਨ ਕਰਨਾ ਸ਼ੁਰੂ ਕੀਤਾ ਵੀ ਮੇਰਾ ਅੱਗਾ ਸਵਰ ਜਾਵੇ, ਕਿਤੇ ਮੈਨੂੰ ਨਰਕ ਧੱਕੇ ਨਾ ਖਾਣੇ ਪੈਣ। ਦਾਨ ਵੀ ਇਹਨੇ ਬੜਾ ਕੀਤਾ। ਤੇ ਸਤਿਗੁਰੂ ਪਤਾ ਕੀ ਕਹਿੰਦੇ? ਤੀਰਥ ਤਪ ਅਰਦਾਨ ਕਰ, ਮਨ ਮੈਂ ਧਰੈ ਗੁਮਾਨ।
ਮਨ ਵਿੱਚ ਹੰਕਾਰ ਧਰੀ ਫਿਰਦਾ ਵੀ ਮੈਂ ਇੱਥੇ ਵੀ ਜਾਇਆ, ਮੈਂ ਆਹ ਵੀ ਕਰ ਲਿਆ, ਮੈਂ ਉਹ ਵੀ ਕਰ ਲਿਆ। ਸਤਿਗੁਰੂ ਨਿਚੋੜ ਕੱਢਦੇ ਨੇ, ਨਾਨਕ ਨਹਿ ਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਜਿਵੇਂ ਹਾਥੀ ਨਦੀ ਵਿਚਾਲੇ ਗਿਆ ਨਹਾਉਣ, ਮਲ ਮਲ ਕੇ ਨਹਾਤਾ, ਬੜਾ ਉਹ ਪਾਣੀ ਡੂੰਘੇ ਵਿੱਚ ਜਾ ਕੇ ਨਹਾਤਾ, ਜਿਉਂ ਹੀ ਕੰਢੇ ਉੱਤੇ ਆਇਆ ਫਿਰ ਚਿੱਕੜ ਆਪਣੀ ਸੁੰਡ ਵਿੱਚ ਭਰਿਆ, ਪਿੰਡੇ ਉੱਤੇ ਸੁੱਟ ਲਿਆ, ਫਿਰ ਲਿਬੜ ਗਿਆ। ਨਹਾਉਣ ਦਾ ਕੀ ਫਾਇਦਾ ਹੋਇਆ? ਸਤਿਗੁਰੂ ਨੇ ਫਿਰ ਟੋਕਣਾ ਸ਼ੁਰੂ ਕੀਤਾ ਵੀ ਨਹੀਂ, ਇਹ ਤਰੀਕਾ ਸਹੀ ਨਹੀਂ ਹੈ ਤੇਰੀ ਬੰਦਗੀ ਦਾ। ਤੂੰ ਤੀਰਥਾਂ ਉੱਤੇ ਨਹਾ ਕੇ ਮੈਲ ਲਾਉਣ ਦੀ ਗੱਲ ਕਰਦਾ, ਇਉਂ ਮੈਲ ਨਹੀਂ ਲੈਣੀ। ਇਹਨੇ ਯਤਨ ਪਤਾ ਹੋਰ ਕਿਹੜੇ ਕਿਹੜੇ ਕੀਤੇ। ਜਪਜੀ ਸਾਹਿਬ ਦੀ ਪਹਿਲੀ ਪੌੜੀ ਪੜਿਓ, ਦੇਖਿਓ ਕਿਤੇ ਅਸੀਂ ਉਸ ਕਤਾਰ ਵਿੱਚ ਤਾਂ ਨਹੀਂ ਖੜੇ। ਅੰਦਰੋਂ ਇੰਨੀ ਈਰਖਾ ਪਾਲ ਕੇ ਚੱਲਣ ਵਾਲਾ, ਇੰਨੇ ਪਾਪ ਕਮਾਉਣ ਵਾਲਾ, ਬਾਹਰੋਂ ਕੁਝ ਧਰਮੀ ਵੀ ਦਿਸ ਰਿਹਾ ਹੈ, ਤੇ ਸਤਿਗੁਰੂ ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਝਾੜ ਪਾਉਂਦੇ ਨੇ, ਥੋੜੀ ਤਾੜਨਾ ਕਰਦੇ ਨੇ। ਕੀ ਤਾੜਨਾ ਕਰਦੇ ਨੇ? ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਤਰੀਕਾ ਇਹਨੇ ਆਪ ਅਪਣਾਇਆ ਵੀ ਬਾਹਰੋਂ ਨਹਾਤਿਆਂ ਹੋ ਸਕਦਾ ਮੈਂ ਪਵਿੱਤਰ ਹੋ ਜਾਵਾਂ। ਸਰੀਰ ਦੀ ਸਫਾਈ ਲਈ ਨਹਾਉਣਾ ਜ਼ਰੂਰੀ ਹੈ, ਜ਼ਰੂਰ ਨਹਾਓ, ਪਰ ਕਦੀ ਮਨ ਵਿੱਚ ਇਹ ਨਾ ਕਹੋ ਵੀ ਮੈਂ ਰੱਬ ਨੂੰ ਮਿਲਣ ਵਾਸਤੇ, ਰੱਬ ਦਾ ਨਾਮ ਲੈਣ ਵਾਸਤੇ ਨਹਾਉਣ ਲੱਗਾ। ਸਤਿਗੁਰੂ ਦੀ ਬਾਣੀ ਦਾ ਬਚਨ ਪੜਿਓ, ਕੂਪ ਭਰਿਓ ਜੈਸੇ ਦਾਦਰਾ। ਕਹਿੰਦੇ ਖੂਹ ਡੱਡੂਆਂ ਨਾਲ ਭਰਿਆ ਪਿਆ, ਉਹਨੂੰ ਸਿਰਫ ਡੱਡੂ ਨੂੰ ਸਿਰਫ ਖੂਹ ਹੀ ਬਹੁਤ ਵੱਡਾ ਲੱਗਦਾ ਵੀ ਇਹ ਤੋਂ ਪਰੇ ਕੁਝ ਹੈ ਹੀ ਨਹੀਂ। ਸੁਰਤ ਦਾ ਇੱਕ ਦਾਇਰਾ ਬਣ ਚੁੱਕਾ ਵੀ ਜੋ ਮੈਂ ਕਰਮ ਕਰਦਾ ਇਹ ਸਭ ਤੋਂ ਵੱਡੇ ਨੇ। ਫਿਰ ਇੱਕ ਵਚਨ ਹੋਰ ਬਾਣੀ ਦਾ, ਸੰਧਿਆ ਪ੍ਰਾਂਤ ਇਸ਼ਨਾਨ ਕਰਾਹੀ ਜਿਉ ਪਏ ਦਾਦਰ ਪਾਣੀ ਮਾਹੀ। ਜਿਹੜੇ ਸਵੇਰ ਸ਼ਾਮ ਧਰਮੀ ਬਣਨ ਖਾਤਰ ਨਹਾਉਂਦੇ ਨੇ, ਮਹਾਰਾਜ ਕਹਿੰਦੇ ਜਿਵੇਂ ਖੂਹ ਦੇ ਵਿੱਚ ਡੱਡੂ ਹੁੰਦਾ ਹੈ ਨਾ, ਹਰ ਸਮੇਂ ਪਾਣੀ ਵਿੱਚ ਰਹਿੰਦਾ ਏ, ਤੇ ਉਹ ਤੋਂ ਵੱਡਾ ਤਾਂ ਫਿਰ ਕੋਈ ਧਰਮੀਓ ਨਹੀਂ ਹੋਣਾ, ਕਿਉਂਕਿ ਉਹ ਹਰ ਸਮੇਂ ਪਾਣੀ ਵਿੱਚ ਰਹਿੰਦਾ ਹੈ। ਜਿਹੜੇ ਧਰਮੀ ਬਣਨ ਖਾਤਰ ਨਹਾਉਂਦੇ ਨੇ ਇਕੱਲੇ, ਅਰਥ ਵੀ ਪੜ੍ਹ ਲਿਓ ਤੁਸੀਂ, ਸੰਧਿਆ ਪ੍ਰਾਂਤ ਇਸ਼ਨਾਨ ਕਰਾਹੀ ਜਿਉਂ ਪਏ ਦਾਦਰ ਪਾਣੀ ਮਾਹੀ। ਸਿਰਫ ਪਾਣੀ ਨਾਲ ਧੋਤਿਆਂ ਸਰੀਰ ਦੀ ਮਲ ਲੈ ਸਕਦੀ ਹੈ, ਪਰ ਮੱਤ ਦੀ ਮੈਲ ਕਿਵੇਂ ਲਾਈ ਜਾਵੇ? ਪੜੋ 20 ਨੰਬਰ ਪੌੜੀ ਜਪਜੀ ਸਾਹਿਬ ਦੀ। ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸਖੇ। ਭਾਈ ਪਾਣੀ ਨਾਲ ਧੋਤਿਆਂ ਖੇ ਲੈ ਜਾਂਦੀ ਹੈ, ਗੰਦਗੀ ਲੈ ਜਾਂਦੀ ਹੈ। ਮੂਤ ਪਲੀਤੀ ਕਪੜ ਹੋਏ, ਕਪੜਾ ਮੂਤਰ ਆਦਿ ਗੰਦਗੀ ਨਾਲ ਗੰਦਾ ਹੋ ਜਾਵੇ। ਦੇ ਸਾਬੂਨ ਲਈਏ ਉਹ ਧੋਏ, ਉਹ ਸਾਬਣ ਨਾਲ ਧੋਤਾ ਜਾਂਦਾ। ਸਤਿਗੁਰੂ ਮੱਤ ਤਾਂ ਮੇਰੀ ਮੈਲੀ ਹੈ, ਮੈਂ ਇਹਨੂੰ ਕਿਵੇਂ ਧੋਵਾਂ? ਉੱਤਰ ਦਿੱਤਾ ਹੈ ਮਹਾਰਾਜ ਨੇ ਨਾਲੇ, ਭਰੀਐ ਮੱਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ। ਮੱਤ ਪਾਪਾਂ ਨਾਲ ਮੈਲੀ ਹੋ ਜਾਵੇ, ਨਾਮ ਦੇ ਦੁਆਰਾ ਧੋਤੀ ਜਾਂਦੀ ਹੈ। ਆਹ ਪਾਪ ਨੇ ਜੋ ਪਹਿਲਾਂ ਗਣਾਏ ਨੇ, ਲੱਭ ਕੁੱਤਾ ਕੂੜ ਚੂੜਾ ਠੱਖਾ ਦਾ ਮੁਰਦਾਰ, ਪਰ ਨਿੰਦਾ ਮੱਖ ਮਲ ਸ਼ੁੱਧੀ। ਜ਼ੁਬਾਨ ਤੋਂ ਪੁਰਾਈ ਨਿੰਦਾ ਅੰਦਰ ਭਰੀ ਪਈ ਹੈ। ਅਗਨ ਕ੍ਰੋਧ ਚੰਡਾਲ ਅੰਦਰ ਅਹੰਕਾਰ ਕ੍ਰੋਧ ਭਰਿਆ ਪਿਆ ਇਹਦੇ। ਆ ਔਗਣੇ ਕਮਾਈ ਜਾ ਰਿਹਾ ਸੁਰਤ ਪੱਧਰ ਤੇ, ਧਰਮ ਵੀ ਬਰਾਬਰ ਕਰੀ ਜਾ ਰਿਹਾ। ਦੂਜੀ ਪੰਕਤੀ ਚ ਕੀ ਕਹਿੰਦੇ ਮਹਾਰਾਜ? ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਅੱਗੇ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ। ਮਹਾਰਾਜ ਮੈਂ ਸਵੇਰੇ ਉੱਠ ਕੇ ਚੌਂਕੜਾ ਵੀ ਲਾਉਣਾ, ਮੈਂ ਸਵੇਰੇ ਉੱਠ ਕੇ ਚੌਂਕੜਾ ਵੀ ਲਾਉਣਾ, ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਕੀ ਕਹਿੰਦੇ? ਸਿੱਧ ਲੋਕ ਪਰਬਤਾਂ ਤੇ ਜਾ ਕੇ ਚੌਂਕੜਾ ਲਾ ਕੇ ਬੈਠ ਗਏ ਕਿ ਸਾਡਾ ਮਨ ਐਵੇਂ ਵਸ ਵਿੱਚ ਆਊਗਾ, ਕਿਉਂਕਿ ਇੱਥੇ ਭੀੜ ਨਹੀਂ ਲੱਗੀ ਹੋਈ ਤੇ ਸਾਡਾ ਮਨ ਭਟਕਦਾ ਨਹੀਂ ਹੈ। ਇਸ ਕਰਕੇ ਅਸੀਂ ਜੰਗਲਾਂ ਪਹਾੜਾਂ ਦੀਆਂ ਕੁੰਦਰਾਂ ਵਿੱਚ ਬੈਠ ਗਏ ਵੀ ਸਾਡਾ ਮਨ ਟਿਕ ਜਾਵੇ। ਇੱਕ ਸਮਾਧੀ ਲਾ ਲਈ ਉਹਨਾਂ ਨੇ। ਗੁਰੂ ਨਾਨਕ ਸਾਹਿਬ ਪਤਾ ਕਹਿੰਦੇ, ਚੁੱਪੈ ਚੁੱਪ ਨਾ ਹੋਵਈ। ਏਦਾਂ ਚੁੱਪ ਰਿਆਂ ਸਮਾਧੀ ਲਾਇਆ, ਸ਼ਾਂਤੀ ਨਹੀਂ ਮਿਲਣੀ। ਮਨ ਦੀ ਭਟਕਣਾ ਦੂਰ ਨਹੀਂ ਹੁੰਦੀ, ਮਨ ਫਿਰ ਭਟਕਦਾ ਰਹਿੰਦਾ ਏ, ਕਿਉਂਕਿ ਮਨ ਪੰਛੀ ਹੈ ਨਾ, ਹਰੇਕ ਫਲ ਨੂੰ ਖਾਣ ਦੀ ਇੱਛਾ ਰੱਖਦਾ ਹੈ। ਕਦੇ ਇਸ ਡਾਲੀ ਕਦੇ ਉਸ ਡਾਲੀ, ਉੱਡਦਾ ਹੀ ਰਹਿੰਦਾ ਹੈ।
ਸਤਿਗੁਰੂ ਕਹਿੰਦੇ ਤੇਰੀ ਸਮਾਧੀ ਵੀ ਪ੍ਰਵਾਨ ਨਹੀਂ, ਕਿਉਂਕਿ ਤੇਰੀ ਸੁਰਤ ਹੀ ਨਹੀਂ ਟਿਕਾਣੇ ਉੱਤੇ ਆਈ। ਸੁਰਤ ਭੱਜੀ ਫਿਰਦੀ ਹੈ ਚਾਰੇ ਪਾਸੇ, ਸੁਰਤ ਹੀ ਡਾਵਾਂਡੋਲ ਹੈ। ਤੇ ਸਤਿਗੁਰੂ ਕੀ ਕਹਿੰਦੇ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ। ਇੱਕ ਲਿਵਤਾਰ ਸਮਾਧੀ ਲਾ ਕੇ ਰੱਖਾਂ ਤਾਂ ਵੀ ਸ਼ਾਂਤੀ ਨਹੀਂ ਹੋ ਸਕਦੀ ਇਸ ਮਨ ਨੂੰ, ਇਸ ਤਨ ਨੂੰ। ਅਗਲੀ ਪੰਕਤੀ ਸਤਿਗੁਰੂ ਕਹਿੰਦੇ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਬਹੁਤ ਲੋਕਾਂ ਆਖਿਆ ਵੀ ਬਹੁਤ ਸਾਰਾ ਪੈਸਾ ਕਮਾ ਲਓ, ਮਨ ਟਿਕਾਣੇ ਆਜੂ, ਸਾਰੀਆਂ ਖੁਸ਼ੀਆਂ ਮਿਲ ਜਾਣਗੀਆਂ। ਸਤਿਗੁਰੂ ਕਹਿੰਦੇ ਅੰਦਰ ਦੀ ਤ੍ਰਿਸ਼ਨਾ ਕਦੇ ਮੁੱਕਦੀ ਨਹੀਂ ਹੈ, ਇਹ ਵਾਧੀ ਦੀ ਵਾਧੀ ਰਹਿੰਦੀ ਹੈ। ਤੇ ਸਾਹਿਬ ਸਤਿਗੁਰੂ ਨੇ ਤਰੀਕਾ ਦੱਸਿਆ, ਕਹਿਣ ਲੱਗੇ ਪਦਾਰਥਾਂ ਦੇ ਢੇਰ ਵੀ ਲਾ ਲਿਓ, ਅੰਦਰ ਦੀ ਤ੍ਰਿਸ਼ਨਾ ਨਹੀਂ ਮੁੱਕਦੀ, ਇਹ ਵਾਧੀ ਹੋ ਰਹਿੰਦੀ ਹੈ। ਖੈਰ ਸਤਿਗੁਰੂ ਕਹਿੰਦੇ ਨੇ ਜਿਹੜੇ ਤਰੀਕੇ ਅਪਣਾਏ ਉਹ ਬਿਲਕੁਲ ਖੁਆਰ ਹੋਇਆ ਉੱਥੇ। ਤੇ ਹੁਣ ਸਤਿਗੁਰੂ ਨੇ ਸ਼ਬਦ ਪਤਾ ਕੀ ਵਰਤੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਮਹਾਰਾਜ ਅਸੀਂ ਆਪਣੇ ਕੀਤੇ ਹੋਏ ਕਰਮਾਂ ਕਰਕੇ, ਕਰਤੂਤਾਂ ਕਰਕੇ ਤੇਰੇ ਨਾਲੋਂ ਵਿਛੜ ਚੁੱਕੇ ਹਾਂ, ਵਿਥ ਪੈ ਚੁੱਕੀ ਹੈ, ਵਿਛੋੜਾ ਪੈ ਚੁੱਕਿਆ ਹੈ। ਸਾਹਿਬ ਜੀ ਨੇ ਅੱਗੇ ਕੀ ਸ਼ਬਦ ਵਰਤੇ, ਕਰ ਕਿਰਪਾ ਮੇਲੋ ਰਾਮ। ਮੇਰੇ ਉੱਤੇ ਕਿਰਪਾ ਕਰੋ, ਮੈਨੂੰ ਆਪਣੇ ਨਾਲ ਮੇਲ ਲਵੋ, ਕਿਉਂਕਿ ਮੈਂ ਨੀਚ ਹਾਂ, ਮੈਂ ਡਿੱਗਿਆ ਹੋਇਆ ਆਤਮਿਕ ਜੀਵਨ ਤੋਂ। ਜਦੋਂ ਸੱਜਣ ਗੁਰੂ ਨਾਨਕ ਮਹਾਰਾਜ ਦੀ ਸੰਗਤ ਵਿੱਚ ਬਹਿੰਦਾ ਆ, ਜਦੋਂ ਕੌਡਾ ਰਾਖਸ਼ ਗੁਰੂ ਨਾਨਕ ਦੇ ਸਾਹਮਣੇ ਆਉਂਦਾ ਏ, ਉਹ ਮਹਿਸੂਸ ਕਰਦਾ ਹੈ ਗੁਰੂ ਨਾਨਕ ਸਾਹਿਬ ਦੇ ਕੋਲ ਆ ਕੇ ਵੀ ਬਾਕੀ ਮੇਰੀ ਸੁਰਤ ਵਿੱਚ ਬੜਾ ਕੂੜ ਹੈ, ਮੈਂ ਬੜਾ ਝੂਠ ਤੂਫਾਨ ਸੁਰਤ ਵਿੱਚ ਭਰਿਆ ਹੋਇਆ ਏ, ਮੈਂ ਆਤਮਿਕ ਜੀਵਨ ਤੋਂ ਖੁੰਝ ਚੁੱਕਾ ਹਾਂ। ਤੇ ਉਹਨਾਂ ਦਾ ਇਲਾਜ ਵੀ ਹੋ ਗਿਆ, ਉਹ ਸਹੀ ਰਸਤੇ ਵੀ ਤੁਰੇ ਤੇ ਭਾਈ ਸੱਜਣ ਬਣ ਗਏ, ਭਾਈ ਕੌਡਾ ਬਣ ਗਿਆ। ਪਰ ਸਿੱਖ ਗੁਰੂ ਕੋਲ ਨਿਤ ਆਉਂਦਾ ਹੈ, ਨਿਤ ਆ ਕੇ ਕਦੇ ਮਹਿਸੂਸ ਹੀ ਨਹੀਂ ਕਰਦਾ ਵੀ ਸੁਰਤ ਮੇਰੀ ਪਾਪਾਂ ਨਾਲ ਭਰੀ ਹੋਈ ਹੈ, ਇਹ ਮਤ ਮਲੀਨ ਹੋ ਚੁੱਕੀ ਹੈ ਪਾਪਾਂ ਦੇ ਨਾਲ, ਇਹਨੂੰ ਗੁਰਬਾਣੀ ਦੀ, ਇਹਨੂੰ ਗਿਆਨ ਦੀ ਲੋੜ ਹੀ ਨਹੀਂ, ਕਿਉਂਕਿ ਇਹਨੇ ਖੁਆਇਸ਼ਾਂ ਪਤਾ ਕਿਹੜੀਆਂ ਬਣਾ ਲਈਆਂ ਨੇ, ਜਿੱਥੋਂ ਗੁਰਬਾਣੀ ਇਹਨੂੰ ਵਰਜਦੀ ਹੈ। ਧਰਮ ਸਿਰਫ ਇਹਨੇ ਐਵੇਂ ਰੱਖ ਲਿਆ ਏ ਵੀ ਬਸ ਜਿਵੇਂ ਕਿਸੇ ਨੇ ਦੱਸ ਦਿੱਤਾ, ਆਪ ਪੜਨ ਦੀ ਲੋੜ ਨਹੀਂ, ਸਮਝਣ ਦੀ ਲੋੜ ਨਹੀਂ। ਅੱਜ ਸਾਨੂੰ ਵੱਖਰੇ ਤੌਰ ਤੇ ਕਿਉਂ ਕਹਿਣਾ ਪੈਂਦਾ ਹੈ? ਮੈਨੂੰ ਇੱਕ ਵੀਰ ਮੇਰੇ ਕੋਲ ਆਇਆ, ਅੱਜ ਤੋਂ ਹੁਣ ਅੰਗਰੇਜ਼ਾਂ ਦੇ ਮੁਤਾਬਕ, ਕੈਲੰਡਰ ਮੁਤਾਬਕ ਨਵਾਂ ਸਾਲ ਆਇਆ। ਉਹ ਮੈਨੂੰ ਕਹਿੰਦਾ ਵੀ ਵੀਰ ਅਸੀਂ ਪ੍ਰੋਗਰਾਮ ਇਹ ਤਾਂ ਕਰਦੇ ਹੁੰਨੇ ਆ ਵੀ ਜਿਨ੍ਹਾਂ ਸ਼ਰਾਬਾਂ ਪੀਣੀਆਂ ਉਹ ਸ਼ਰਾਬਾਂ ਛੱਡ ਕੇ ਚਲੋ ਗੁਰੂ ਘਰ ਆ ਕੇ ਬਹਿ ਜਾਣਗੇ। ਮੈਂ ਕਿਹਾ ਜਿਹਨੂੰ ਗੁਰੂ ਦਾ ਭੈ ਆ ਉਸ ਪਾਸੇ ਤੁਰਦਾ ਹੀ ਨਹੀਂ। ਉਹ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਜਦੋਂ ਅਸੀਂ ਨਵੇਂ ਸਾਲ ਦੀ ਗੱਲ ਕਰੀਏ, ਕੈਲੰਡਰਾਂ ਪਿੱਛੇ ਕਿੰਨਾ ਗਾਹ ਪੈ ਤੁਰਿਆ, ਕਿੰਨੀਆਂ ਦੁਬਿਧਾਵਾਂ ਸਾਡੀ ਸੁਰਤ ਵਿੱਚ ਬਣੀਆਂ ਪਈਆਂ ਨੇ। ਅਸੀਂ ਕਿਤਾਬਾਂ ਵਿੱਚ ਪੜ੍ਹਦੇ ਆਏ ਆ 15 ਅਪ੍ਰੈਲ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ। ਮਨਾਉਣ ਵਾਲੇ ਅੱਡੀਆਂ ਚੁੱਕ ਕੇ ਨਵੰਬਰ ਵਿੱਚ ਗਾਹ ਪਾਈ ਫਿਰਦੇ ਹੁੰਦੇ ਨੇ ਵੀ ਅਸੀਂ ਨਵੰਬਰ 'ਚ ਮਨਾਉਣਾ, ਨਵੰਬਰ 'ਚ ਮਨਾਉਣਾ। ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਬੁੱਕ ਲਿਖੀ ਹੈ ਕੱਤਕ ਏ ਵਿਸਾਖ, ਉਹਦੇ ਵਿੱਚ ਜ਼ਿਕਰ ਕਰਦੇ ਨੇ ਵੀ ਆ ਹੇਰ ਫੇਰ ਵਾਲੇ ਵੇਖ ਲਿਓ। ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਸਾਰੀਆਂ ਡੇਟਾਂ ਫਿਕਸ ਸੀ, ਜਿਹੜਾ 2003 ਵਿੱਚ ਲਾਗੂ ਕੀਤਾ ਗਿਆ ਸੀ। ਫਿਰ ਵਿਪਰਵਾਦੀ ਸੋਚ ਨੂੰ ਪਸੰਦ ਨਹੀਂ ਆਇਆ, ਮਿਰਚਾਂ ਲੱਗੀਆਂ ਵੀ ਸਾਡੇ ਕਈ ਦਿਹਾੜੇ ਕੱਟੇ ਜਾਣੇ ਨੇ ਇਹਦੇ ਨਾਲ। ਇਸ ਕਰਕੇ ਵਿਲੱਖਣ ਤੌਰ ਤੇ, ਵੱਖਰੇ ਤੌਰ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਤੇ ਸਰਦਾਰ ਕਰਮ ਸਿੰਘ ਹਿਸਟੋਰੀਅਨ ਲਿਖਦੇ ਨੇ, ਕਹਿਣ ਲੱਗੇ ਜਿਹੜਾ ਬਾਲਕ ਕੱਤਕ ਦੇ ਮਹੀਨੇ ਪੈਦਾ ਹੁੰਦਾ ਏ ਉਹਨੂੰ ਕਲਹਿਣਾ ਕਿਹਾ ਜਾਂਦਾ ਹੈ। ਹੁਣ ਅਸੀਂ ਐਕਸੈਪਟ ਕਰਦੇ ਹਾਂ ਕਿ ਜਿਹੜਾ ਬਾਬਾ ਅਪ੍ਰੈਲ ਦੇ ਮਹੀਨੇ ਜਿਹਦਾ ਪ੍ਰਕਾਸ਼ ਹੋਇਆ, ਇੱਕ ਵਿਸਾਖ ਦਾ ਅਸੀਂ ਮਨਾਉਂਦੇ ਹਾਂ, ਉਹ ਬਾਬੇ ਦਾ ਅਸੀਂ ਉੱਥੋਂ ਪੁਰਬ ਚੱਕ ਕੇ ਬਾਹਮਣ ਦੀ ਮਿਤੀ ਹੋਈ ਤਰੀਕ ਮੁਤਾਬਕ, ਕੈਲੰਡਰ ਮੁਤਾਬਕ ਨਵੰਬਰ ਵਿੱਚ ਜਾ ਕੇ ਮਨਾਉਂਦੇ ਹਾਂ। ਸਰਦਾਰ ਕਰਮ ਸਿੰਘ ਹਿਸਟੋਰੀਅਨ ਕਹਿੰਦੇ ਨੇ ਵੀ ਕੱਤਕ ਦੇ ਮਹੀਨੇ ਪੈਦਾ ਹੋਣ ਵਾਲਾ ਬੱਚਾ ਮੰਗਲੀਕ ਹੈ, ਕਲਹਿਣਾ ਹੈ। ਐਕਸੈਪਟ ਕਰਦੇ ਹਾਂ ਅਸੀਂ ਵੀ ਹਾਂ ਅਸੀਂ ਉਸੇ ਤਰੀਕ ਨੂੰ ਮਨਾਉਣਾ ਚਾਹੁੰਦੇ ਹਾਂ ਵੀ ਸਾਡੇ ਮੁਰਸ਼ਿਦ ਕਲਹਿਣੇ ਸੀ, ਅਸੀਂ ਐਕਸੈਪਟ ਕਰਦੇ ਹਾਂ। ਕੈਲੰਡਰਾਂ ਦੀ ਹੇਰ ਫੇਰ ਨੇ ਸਾਨੂੰ ਇੰਨਾ ਕੁ ਗੁੰਮਰਾਹ ਕਰ ਦਿੱਤਾ, ਅਸੀਂ ਦੇਖ ਹੀ ਨਹੀਂ ਸਕੇ। ਕਾਰਨ ਕੀ?
ਭੱਜ ਦੌੜ ਵਿੱਚੋਂ ਸਾਨੂੰ ਇਹ ਨਹੀਂ ਸਮਾਂ ਲੱਗਦਾ ਵੀ ਅਸੀਂ ਕਿੱਧਰ ਨੂੰ ਤੁਰਨਾ, ਕਿੱਧਰ ਨੂੰ ਜਾਣਾ। ਜਿਹੜਾ ਕੋਈ ਜਿੰਨਾ ਕੁ ਧੱਕਾ ਲਾ ਕੇ ਅੱਗੇ ਤੋਰ ਦਿੰਦਾ ਸੀ ਉੱਥੇ ਚਲੇ ਜਾਂਦੇ ਆ, ਉੱਥੇ ਫੇਰ ਖੜ ਜਾਂਦੇ ਆ। ਕਿੰਨਾ ਸੋਹਣਾ ਇੱਕ ਪ੍ਰੋਸੈਸ ਤੁਰਿਆ ਸੀ ਸੰਥਿਆ ਕਲਾਸਾਂ ਦਾ, ਜਿਹੜਾ ਹੁਣ ਵੀ ਚੱਲ ਰਿਹਾ। ਪੜ੍ਹਨ ਵਾਲਿਆਂ ਉਦੋਂ ਬੜਾ ਜ਼ੋਰ ਲਾਇਆ, ਬੜੇ ਲੋਕ ਇਕੱਠੇ ਵੀ ਹੁੰਦੇ, ਸੰਗਤਾਂ, ਬੜਾ ਕੁਛ ਸੀ। ਹੌਲੀ ਹੌਲੀ ਅਸੀਂ ਛੱਡ ਦਿੱਤਾ ਵੀ ਲੋੜ ਹੀ ਨਹੀਂ ਸਾਨੂੰ। ਉਹ ਜਿਹੜੇ ਲੱਗੇ ਹੋਏ ਨੇ ਉਹ ਵਧਾਈ ਦੇ ਪਾਤਰ ਨੇ, ਸਤਿਗੁਰੂ ਦੀ ਵਡਿਆਈ ਦੇ ਪਾਤਰ ਨੇ, ਪਰ ਖੁੰਝੇ ਹੋਇਆਂ ਅਸੀਂ ਗੁੰਮਰਾਹ ਹੋਣਾ ਵੀ ਸ਼ੁਰੂ ਕੀਤਾ। ਖੈਰ ਅਸੀਂ ਇੱਕ ਕੈਲੰਡਰ ਦੇ ਹੱਕ ਵਿੱਚ ਆਈਏ। ਮੇਰਾ ਵਿਸ਼ਾ ਨਹੀਂ ਸੀ, ਮੈਨੂੰ ਉਧਰ ਨੂੰ ਜਾਣਾ ਪਿਆ ਕਿਉਂਕਿ ਵੀਰ ਨੇ ਕਿਹਾ ਸੀ ਥੋੜਾ ਜ਼ਿਕਰ ਕਰ ਦਿਓ। ਸਤਿਗੁਰੂ ਆਖਦੇ ਚਾਰ ਕੁੰਟ ਦਾ ਦਿਸ਼ ਭ੍ਰਮੇ, ਥੱਕ ਆਏ ਪ੍ਰਭ ਕੀ ਸ਼ਾਮ। ਸਤਿਗੁਰੂ ਕਹਿੰਦੇ ਚਾਰੇ ਕੁੰਡਾਂ ਭਾਵ ਚਾਰੇ ਦਿਸ਼ਾਵਾਂ ਵਿੱਚ ਭਟਕ ਕੇ ਅਸੀਂ ਆ ਗਏ ਹਾਂ। ਸ਼ਾਮ ਦਾ ਅਰਥ ਹੈ ਸ਼ਰਨ, ਅਸੀਂ ਤੇਰੀ ਸ਼ਰਨ ਵਿੱਚ ਆ ਗਏ ਹਾਂ। ਪਤਾ ਅਸੀਂ ਤਾਂ ਹੱਲੇ ਵੀ ਭਟਕਦੇ ਫਿਰਦੇ ਆਂ। ਭੱਟਾਂ ਦਾ ਇੱਕ ਸਵਈਆ ਪੜਿਓ, ਉਹ ਕਹਿੰਦੇ ਰਹਿਓ ਸੰਤ ਹਉ ਟੋਲ, ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪਸੀਏ, ਮੁਖੋਂ ਇਹ ਪੰਡਤ ਮਿੱਠੇ, ਬਰਸ ਏਕ ਹਉ ਫਿਰਿਓ, ਕਿਨੇ ਨਾ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਮੈਂ ਬੜਿਆਂ ਕੋਲ ਭਟਕ ਭਟਕ ਕੇ ਜਾ ਕੇ ਵੇਖਿਆ ਵੀ ਇਹ ਮੈਨੂੰ ਰੱਬ ਨਾਲ ਮਿਲਾ ਦੇਵੇਗਾ, ਉਹ ਰੱਬ ਨਾਲ ਮਿਲਾ ਦੇਵੇਗਾ। ਮੈਂ ਬੜੇ ਸਰੀਰਾਂ ਨੂੰ ਰੱਬ ਮੰਨ ਕੇ ਪੂਜਿਆ, ਪਰ ਰਹਿਤ ਕੋ ਖੁਸ਼ੀ ਨਾ ਆਇਓ, ਅੰਦਰੋਂ ਸੰਤੁਸ਼ਟੀ ਨਹੀਂ ਆਈ। ਪਰ ਜਿਸ ਦਿਨ ਗੁਰੂ ਸਤਿਗੁਰੂ ਪਾਤਸ਼ਾਹ ਤੇਰੇ ਚਰਨਾਂ ਵਿੱਚ ਆਏ ਆ, ਇੱਕ ਸੱਚਾ ਆਨੰਦ ਬਣ ਗਿਆ ਜ਼ਿੰਦਗੀ ਦੇ ਅੰਦਰ, ਦ੍ਰਿੜਤਾ ਬਣ ਗਈ ਵੀ ਕਿਸੇ ਸਰੀਰ ਕੋਲ ਕੁਝ ਨਹੀਂ ਹੈ। ਸੁਖਮਨੀ ਸਾਹਿਬ ਦੀ ਬਾਣੀ ਸਭ ਤੋਂ ਵੱਧ ਸਾਧਾਂ ਨੇ ਪੜ੍ਹਾਈ, ਆਪ ਹੀ ਉਹਦੇ ਉੱਤੇ ਅਸੀਂ ਅਮਲ ਨਹੀਂ ਕਰਦੇ। ਜਿੱਥੇ ਸਤਿਗੁਰੂ ਸ਼ਬਦ ਵਰਤੇ ਨੇ, ਮਾਨੁਕੀ ਟੇਕ ਬਿਰਥੀ ਸਭ ਜਾਨ, ਮਨੁੱਖ ਦੀ ਟੇਕ ਬਿਅਰਥ ਜਾਣ। ਕੋਈ ਸਰੀਰ ਤੈਨੂੰ ਕੁਝ ਦੇ ਦੇਵੇਗਾ? ਨਹੀਂ। ਸਿੱਧਾ ਨੇ ਪੁੱਛਿਆ, ਬਾਬਾ ਜੇ ਤੂੰ ਚਲੇ ਗਿਆ ਸੰਸਾਰ ਤੋਂ, ਸਾਨੂੰ ਕੌਣ ਸੇਧ ਦਊਗਾ? ਸਾਨੂੰ ਕੌਣ ਰੱਬ ਨਾਲ ਜੋੜੂਗਾ? ਮਹਾਰਾਜ ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਸਿੱਖ ਦਾ ਗੁਰੂ ਹੈ, ਸ਼ਬਦ ਉੱਤੇ ਟੇਕ ਰੱਖਣੀ ਹੈ। ਇਹਨੇ ਕਈ ਸਰੀਰ ਸਟੈਬਲਿਸ਼ ਕਰ ਲਏ, ਵਿੱਚ ਵਿਚੋਲੇ ਪਾ ਲਏ ਵੀ ਨਹੀਂ ਇਹ ਤੋਂ ਬਿਨਾਂ ਕਿੱਥੇ ਗੱਤ ਹੋਣੀ ਹੈ। ਕਈ ਸਰੀਰਾਂ ਨੂੰ ਰੱਬ ਬਣਾ ਕੇ ਇਹਨੇ ਖੜਾ ਕਰ ਲਿਆ। ਉਹ ਜਿਹੜੇ ਮਰ ਚੁੱਕੇ ਨੇ ਉਹਨਾਂ ਨੂੰ ਇਹਨੇ ਬ੍ਰਹਮ ਗਿਆਨੀ ਹੋਰ ਕਿੰਨੇ ਨਾਵਾਂ ਨਾਲ ਤੋਲ ਦਿੱਤਾ। ਸੁਖਮਨੀ ਸਾਹਿਬ ਦੀ ਬਾਣੀ ਪੜੋ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਵੀ ਬ੍ਰਹਮ ਗਿਆਨੀ ਕਦੇ ਨਹੀਂ ਮਰਦਾ। ਜਿਹੜੇ ਸਰੀਰ ਸੰਸਾਰ ਤੋਂ ਤੁਰ ਗਏ, ਇਹ ਉਹਨਾਂ ਨਾਲ ਜੁੜਨ ਲੱਗ ਪਏ। ਸ਼ਬਦ ਦੀ ਸੋਝੀ ਨਾ ਹੋਣ ਕਰਕੇ, ਸ਼ਬਦ ਤੋਂ ਹੀਣਾ ਹੋਣ ਕਰਕੇ, ਹਰੇਕ ਨਾਲੇ ਵੱਡੇ ਵੱਡੇ ਇਹ ਰੁਤਬੇ ਜੋੜ ਦਿੰਦਾ ਏ, ਗੁਰਬਾਣੀ ਦੇ ਸ਼ਬਦ ਜੋੜ ਦਿੰਦਾ ਏ ਚੱਕ ਕੇ। ਗੁੰਮਰਾਹ ਹੋਏ ਦੀ ਨਿਸ਼ਾਨੀ ਹੈ ਨਾ। ਤੇ ਹੁਣ ਸਾਹਿਬ ਸਤਿਗੁਰੂ ਕਹਿੰਦੇ ਨੇ ਜਿਹੜਾ ਰੱਬ ਦਾ ਪਿਆਰਾ ਏ, ਜਿਹੜਾ ਬ੍ਰਹਮ ਗਿਆਨੀ ਹੈ, ਬ੍ਰਹਮ ਗਿਆਨੀ ਆਪ ਪਰਮੇਸ਼ਰ, ਵੀ ਬ੍ਰਹਮ ਗਿਆਨੀ ਆਪ ਪਰਮੇਸ਼ਰ, ਆਪ ਬ੍ਰਹਮ ਗਿਆਨੀ ਹੈ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ, ਬ੍ਰਹਮ ਗਿਆਨੀ ਕਦੇ ਮਰਦਾ ਨਹੀਂ ਹੈ। ਤੇ ਜਿਹੜਾ ਮਰ ਗਿਆ ਉਹ ਬ੍ਰਹਮ ਗਿਆਨੀ ਨਹੀਂ, ਇਹ ਬਾਣੀ ਕਹਿੰਦੀ ਹੈ। ਮਾਨੁਕ ਕੀ ਟੇਕ ਬਿਰਥੀ ਸਭ ਜਾਨ। ਸਤਿਗੁਰੂ ਕਹਿੰਦੇ ਚਾਰ ਕੁੰਟ ਦਹਿ ਦਿਸ਼ ਭ੍ਰਮਿਓ, ਥੱਕ ਆਏ ਪ੍ਰਭ ਕੀ ਸ਼ਾਮ। ਮਹਾਰਾਜ ਚਾਰੇ ਪਾਸੇ ਭਟਕੇ, ਧਾਗਿਆਂ ਤਬੀਤਾਂ ਵਾਲਿਆਂ ਕੋਲੋਂ, ਇਹ ਮਿੱਟੀ ਦੇ ਬੁੱਤਾਂ ਕੋਲੋਂ, ਚਾਰੇ ਪਾਸਿਓਂ ਭਟਕ ਕੇ ਅਸੀਂ ਤੇਰੀ ਸ਼ਰਨ ਵਿੱਚ ਆ ਗਏ ਹਾਂ। ਕਿਸੇ ਨੇ ਮਨ ਦਾ ਸਹਿਮ ਦੂਰ ਨਿਸ਼ਚਿਤ ਕੀਤਾ। ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਮਹਾਰਾਜ ਦੀ ਬਾਣੀ ਦਾ ਇਹ ਫੈਸਲਾ ਕਿੰਨਾ ਪਿਆਰਾ ਹੈ। ਨਾ ਪਾਥਰ ਕਿਛ ਬੋਲੇ, ਨਾ ਕਿਛ ਦੇ, ਫੋਕਟ ਕਰਮ ਨਹੀਂ ਫਲ ਹੈ ਸੇ। ਜੋ ਪਾਥਰ ਕੋ ਕਹਤੇ ਦੇਵ, ਤਾਂ ਕੀ ਵਿਰਥਾ ਹੋਵੇ ਸੇਵ। ਕਿੱਡੇ ਕਿੱਡੇ ਪਿਆਰੇ ਬਚਨਾਂ ਨਾਲ ਸਤਿਗੁਰੂ ਨੇ ਆਖਿਆ ਸੀ। ਪੱਥਰ ਕਦੀ ਨਹੀਂ ਕਹਿੰਦਾ ਵੀ ਤੇਰੇ ਅੰਦਰ ਖੋਟ ਹੈ, ਈਰਖਾ ਹੈ, ਬੇਈਮਾਨੀ ਹੈ। ਪੱਥਰ ਕਦੀ ਨਹੀਂ ਕਹੇਗਾ ਬੋਲ ਕੇ ਵੀ ਤੇਰੇ ਅੰਦਰ ਬੇਈਮਾਨੀ ਹੈ, ਈਰਖਾ ਹੈ, ਨਫ਼ਰਤ ਹੈ ਤੇਰੇ ਅੰਦਰ। ਪਰ ਗੁਰੂ ਕਹਿੰਦਾ ਹੈ, ਗੁਰੂ ਜਾਗਦੀ ਜੋਤ ਹੈ। ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਇਹ ਸ਼ਬਦ ਸਤਿਗੁਰੂ ਨੇ ਵਰਤੇ ਨੇ। ਵੇ ਗੁਰੂ ਜਾਗਦੀ ਜੋਤ ਹੈ। ਗੁਰੂ ਸਮਝਦਾ ਸਾਰੇ ਵਿਸ਼ਿਆਂ ਨੂੰ ਤੇ ਸਮਝਾਉਂਦਾ ਏ ਇਨਸਾਨ ਨੂੰ ਕਿ ਭਾਈ ਪੱਥਰ ਤੇਰੇ ਅੰਦਰੋਂ ਕੂੜ ਨਹੀਂ ਕੱਢ ਸਕਦਾ, ਪੱਥਰ ਤੇਰੇ ਵਿੱਚੋਂ ਬੇਈਮਾਨੀਆਂ ਨਹੀਂ ਕੱਢ ਸਕਦਾ। ਤੂੰ ਆਪ ਆਪਣਾ ਡਾਕਟਰ ਬਣ, ਆਪ ਆਪਣਾ ਵੈਦ ਬਣ ਤੇ ਸ਼ਬਦ ਦੀ ਦਵਾਈ ਲੈ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਹੰਦਾ।
ਜਿਹੜੀਆਂ ਫਾਈਆਂ ਸੁਰਤ ਨੂੰ ਪਈਆਂ ਹੋਈਆਂ ਨੇ ਉਹ ਕੱਟਣ ਦੀ ਲੋੜ ਹੈ। ਇੱਥੇ 84 ਕੱਟਣ ਵਾਲਿਆਂ ਬੜਾ ਜ਼ੋਰ ਲਾਇਆ ਪਿਆ, ਇੱਥੇ ਗੱਤੀ ਕਰਾਉਣ ਵਾਲਿਆਂ ਬੜਾ ਜ਼ੋਰ ਲਾਇਆ ਪਿਆ। ਸਤਿਗੁਰੂ ਕਹਿੰਦੇ ਪਹਿਲਾਂ ਦੱਸਦਾ ਦਿਓ ਵੀ ਮੁਕਤੀ ਕਿਸ ਚੀਜ਼ ਤੋਂ ਚਾਹੀਦੀ ਹੈ, ਕਿਹੜੀ ਚੀਜ਼ ਤੋਂ ਮੁਕਤ ਹੋਣਾ ਚਾਹੁੰਦਾ ਹੈ ਤੂੰ? ਕੀ ਸਰੀਰ ਤੋਂ ਮੁਕਤ ਹੋਣਾ ਚਾਹੁੰਦਾ ਹੈ? ਉਹ ਮਰਨ ਤੋਂ ਬਾਅਦ ਆਤਮਾ ਨਿਕਲ ਜਾਣੀ ਹੈ, ਇਹਦੇ ਵਿੱਚੋਂ ਪ੍ਰਾਣ ਨਿਕਲ ਜਾਣੇ ਨੇ। ਕੀ ਮਰਨ ਤੋਂ ਬਾਅਦ ਮੁਕਤੀ ਹੈ? ਸਤਿਗੁਰੂ ਕਹਿੰਦੇ ਜਿਉਂਦੇ ਜੀ ਕਿੱਥੇ ਜਕੜਿਆ ਹੋਇਆ ਏ? ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਗੁਰੂ ਨੇ ਬੰਧਨਾਂ ਚੋਂ ਕੱਢ ਕੇ ਮੈਨੂੰ ਮੁਕਤ ਕਰ ਦਿੱਤਾ। ਤੇ ਭਗਤ ਰਵਿਦਾਸ ਸਾਹਿਬ ਪਤਾ ਕੀ ਕਹਿੰਦੇ? ਮੋਹੇ ਜਮ ਡੰਡ ਨਾ ਲੱਗਈ, ਤਜੀਲੇ ਸਰਬ ਜੰਜਾਲ। ਮੈਨੂੰ ਜਮ ਦੀ ਪਰਵਾਹ ਨਹੀਂ ਹੈ, ਮੈਂ ਜੰਜਾਲ ਹੀ ਲਾ ਦਿੱਤੇ ਮਨ ਤੋਂ ਸਾਰੇ। ਇਹ ਤੇ ਬੇਈਮਾਨੀਆਂ ਵੀ ਕਰੀ ਜਾ ਰਿਹਾ, ਨਾਲ ਨਾਲ ਧਰਮ ਵੀ ਨਿਭਾਈ ਜਾ ਰਿਹਾ। ਸਤਿਗੁਰੂ ਕਹਿੰਦੇ ਇੱਕ ਪਾਸੇ ਤਾਂ ਹੋ ਜਾ, ਜਿਹੜਾ ਤੂੰ ਧਰਮ ਮੰਨੀ ਬੈਠਾ ਤੇਰੇ ਮਨ ਦੀ ਜਿੱਦ ਹੈ। ਅੱਗੇ ਸ਼ਬਦ ਵਰਤਿਆ ਮਹਾਰਾਜ ਨੇ, ਤੇਨ ਦੁੱਧੈ ਤੇ ਬਾਹਰੀ ਕਿਤੇ ਨਾ ਆਵੇ ਕਾਮ। ਗਾਂ ਜਦੋਂ ਦੁੱਧ ਤੋਂ ਸਖਣੀ ਹੋ ਜਾਂਦੀ ਹੈ, ਗਾਂ ਦੇ ਵਿੱਚ ਇੱਕ ਵੱਡਾ ਗੁਣ ਹੈ ਦੁੱਧ ਦੇਣ ਦਾ। ਪਸ਼ੂ ਮਿਲੈ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ। ਗਾਂ ਦੇ ਵਿੱਚ ਵੱਡਾ ਗੁਣ ਪਤਾ ਕੀ ਹੈ? ਉਹ ਦੁੱਧ ਦਿੰਦੀ ਹੈ, ਤੇ ਉਸ ਗੁਣ ਕਰਕੇ ਉਹਦੀ ਕਦਰ ਪੈਂਦੀ ਹੈ। ਧੁੱਪਾਂ 'ਚ ਉਹਨੂੰ ਛਾਵਾਂ ਵਿੱਚ ਬੰਨਿਆ ਜਾਂਦਾ ਹੈ, ਸਰਦੀ ਹੋਵੇ ਉਹਨੂੰ ਠੰਡ ਤੋਂ ਬਚਾਇਆ ਜਾਂਦਾ ਹੈ, ਉਹਨੂੰ ਪੱਠੇ ਖੁਰਾਕ ਹਰੇਕ ਚੀਜ਼ ਦਾ ਧਿਆਨ ਰੱਖਿਆ ਜਾਂਦਾ ਹੈ। ਪਰ ਜਿਸ ਦਿਨ ਹੀ ਗਾਂ ਦੁੱਧ ਤੋਂ ਸਖਣੀ ਹੋ ਜਾਂਦੀ ਹੈ, ਅਵਾਰਾ ਹੋ ਜਾਂਦੀ ਹੈ, ਫੰਡਰ ਹੋ ਜਾਂਦੀ ਹੈ, ਉਹੀ ਮਾਲਕ ਉਹਨੂੰ ਕੀਲੇ ਤੋਂ ਡੰਡਾ ਮਾਰ ਕੇ ਭਜਾ ਦਿੰਦਾ ਹੈ। ਠੰਡ ਪਵੇ ਗਰਮੀ ਪਵੇ ਕੁਝ ਵੀ ਹੋਵੇ, ਉਹ ਗਾਂ ਦੀ ਸਾਰ ਨਹੀਂ ਲਈ ਜਾਂਦੀ। ਤੇ ਸਤਿਗੁਰੂ ਆਖਦੇ ਨੇ ਗੁਣਾ ਤੋਂ ਹੀਣਾ ਜੀਵਨ ਨਹੀਂ ਹੈ। ਜੇ ਤੂੰ ਭਗਤੀ ਵੀ ਕਰਨਾ ਚਾਹੁੰਦਾ ਏ, ਭਗਤੀ ਕੀ ਹੈ? ਅੱਖਾਂ ਬੰਦ ਕਰ ਲੈਣੀਆਂ ਭਗਤੀ ਹੈ। ਸਤਿਗੁਰੂ ਕਹਿੰਦੇ ਅੱਖੀਂ ਤਾਂ ਮੀਟੈ ਨਾਕ ਪਕੜੈ ਠੱਗਣ ਕੋ ਸੰਸਾਰ। ਅੱਖਾਂ ਬੰਦ ਕਰਨਾ ਨਹੀਂ ਹੈ ਭਗਤੀ, ਭਗਤੀ ਅੱਖਾਂ ਖੋਲਦੀ ਹੈ। ਤੇ ਸਾਹਿਬ ਸਤਿਗੁਰੂ ਜੀ ਕਿੰਨੇ ਪਿਆਰੇ ਬਚਨਾਂ ਨਾਲ ਸਮਝਾਉਂਦੇ ਨੇ। ਜਪਜੀ ਸਾਹਿਬ ਦੀ 21 ਨੰਬਰ ਪੌੜੀ ਦੇ ਵਿੱਚ ਕੀ ਕਹਿੰਦੇ ਮਹਾਰਾਜ? ਸਤਿਗੁਰੂ ਕਹਿੰਦੇ ਵਿਣ ਗੁਣ ਕੀਤੇ ਭਗਤ ਨਾ ਹੋਏ। ਜਦ ਤੱਕ ਗੁਣ ਪੈਦਾ ਨਹੀਂ ਹੁੰਦੇ ਰੱਬ ਜੀ ਦੇ ਅੰਦਰ, ਉਦੋਂ ਤੱਕ ਭਗਤੀ ਨਹੀਂ ਹੋ ਸਕਦੀ। ਸਹਿਬੇ ਕਮਾਲ ਬਾਦਸ਼ਾਹ ਦਰਵੇਸ਼ ਮਹਾਰਾਜ ਦਰਬਾਰ ਸਜਾਈ ਬੈਠੇ ਨੇ। ਭਾਈ ਡੱਲਾ ਹੱਥ ਜੋੜ ਕੇ ਕਹਿਣ ਲੱਗਿਆ, ਸਤਿਗੁਰੂ ਮਹਾਰਾਜ ਤੁਸੀਂ ਸਾਡੇ ਕੋਲ ਵਿਦਾ ਹੋ ਜਾਣਾ ਹੈ, ਤੁਸੀਂ ਅੱਗੇ ਚਲੇ ਜਾਣਾ ਹੈ। ਮਹਾਰਾਜ ਇਸ ਸਿੱਖ ਉੱਤੇ ਕਿਰਪਾ ਕਰ ਦਿਓ। ਸਤਿਗੁਰੂ ਕਹਿਣ ਲੱਗੇ, ਭਾਈ ਡੱਲਿਆ ਬੜੀ ਸੇਵਾ ਕੀਤੀ ਹੈ ਤੇਰੇ ਪਰਿਵਾਰ ਨੇ, ਮੰਗ ਕੀ ਮੰਗਣਾ ਚਾਹੁੰਦਾ ਹੈ? ਕਹਿਣ ਲੱਗੇ ਮਹਾਰਾਜ ਮੈਨੂੰ ਗੁਰਸਿੱਖੀ ਦੀ ਦਾਤ ਦੇ ਦਿਓ। ਸਤਿਗੁਰੂ ਕਹਿੰਦੇ ਭਾਈ ਡੱਲਿਆ ਤੇਰੇ ਕੋਲ ਬਹੁਤ ਸਾਰਾ ਧਨ ਹੈ। ਕਹਿੰਦਾ ਹਾਂ ਮਹਾਰਾਜ ਤੁਹਾਡੀ ਕਿਰਪਾ ਨਾਲ ਬੜਾ ਕੁਝ ਹੈ। ਜਾਓ ਉਸ ਧਨ ਨੂੰ ਇਕੱਠਿਆਂ ਕਰ ਆਪਣੇ ਕੋਲ, ਤੇ ਜਾ ਕੇ ਕਿਸੇ ਦੁਕਾਨ ਤੋਂ ਮੈਨੂੰ ਇਮਾਨਦਾਰੀ ਖਰੀਦ ਕੇ ਲੈ ਕੇ ਆ, ਸਿਦਕ ਖਰੀਦ ਕੇ ਲੈ ਕੇ ਆ, ਦਇਆ ਖਰੀਦ ਕੇ ਲੈ ਕੇ ਆ। ਭਾਈ ਡੱਲਾ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਇਹ ਚੀਜ਼ਾਂ ਦੁਨਿਆਵੀ ਦੁਕਾਨਾਂ ਤੋਂ ਥੋੜਾ ਮਿਲਦੀਆਂ। ਕਹਿਣ ਲੱਗੇ ਜਿਨ੍ਹਾਂ ਸਿੱਖਾਂ ਵੱਲ ਵੇਖ ਕੇ ਤੇਰੇ ਅੰਦਰ ਸਿੱਖੀ ਦਾ ਚਾਉ ਪੈਦਾ ਹੋਇਆ ਏ, ਸਿੱਖੀ ਦੀ ਦਾਤ ਮੰਗਣ ਦੀ ਇੱਛਾ ਪੈਦਾ ਹੋਈ ਹੈ, ਉਹਨਾਂ ਗੁਣ ਮੁੱਲ ਨਹੀਂ ਖਰੀਦੇ, ਉਹਨਾਂ ਕਮਾਏ ਨੇ। ਤੇ ਮੈਂ ਤੈਨੂੰ ਕਹਿੰਦਾ ਜਾ ਤੈਨੂੰ ਸਿੱਖੀ ਦਿੱਤੀ, ਐ ਸਿੱਖੀ ਨਹੀਂ ਮਿਲਣੀ, ਸਿੱਖੀ ਕਮਾਉਣੀ ਪੈਂਦੀ ਹੈ। ਹਰ ਇੱਕ ਸਿਰ ਤੇ ਦਸਤਾਰ ਬੰਨਣ ਵਾਲਾ, ਗੁਰੂ ਤੇ ਮਾਣ ਕਰਨ ਵਾਲਾ ਇੱਕ ਗੁਰਸਿੱਖ ਹੈ, ਉਹਨੂੰ ਗੁਰੂ ਦਾ ਸਿੱਖ ਕਰਕੇ ਜਾਣਿਆ ਜਾਂਦਾ, ਦੇਖਿਆ ਜਾਂਦਾ ਤੇ ਉਹਦੇ ਵਿੱਚੋਂ ਗੁਰੂ ਦੀ ਝਲਕ ਦੇਖੀ ਜਾਂਦੀ ਹੈ। ਜਦੋਂ ਚੰਗਾ ਕਰਮ ਕੀਤਾ ਜਾਂਦਾ ਹੈ ਸਲਾਹਿਆ ਜਾਂਦਾ ਹੈ, ਮਾੜਾ ਕੰਮ ਕੀਤਾ ਜਾਂਦਾ ਹੈ ਕਹਿੰਦੇ ਇਹ ਸਿੱਖਾਂ ਦਾ ਮੁੰਡਾ ਸੀ, ਇਹ ਸਿੱਖ ਸੀ, ਏਦਾਂ ਕਿਹਾ ਜਾਂਦਾ ਹੈ। ਸਤਿਗੁਰੂ ਕਹਿੰਦੇ ਭਾਈ ਇਹ ਸਿੱਖੀ ਕਮਾਉਣੀ ਪੈਂਦੀ ਹੈ। ਅੱਗੇ ਸ਼ਬਦ ਵਰਤਿਆ ਮਹਾਰਾਜ ਨੇ, ਜਦੋਂ ਗਾਂ ਦੁੱਧ ਤੋਂ ਸਖਣੀ ਹੋ ਜਾਂਦੀ ਹੈ ਡੰਡਾ ਮਾਰ ਕੇ ਭਜਾ ਦਿੰਦੇ। ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ। ਜਦੋਂ ਫਸਲ ਉਹਨੂੰ ਪਾਣੀ ਨਾ ਦਈਏ ਉਹ ਕੁਮਲਾ ਜਾਂਦੀ, ਉਹ ਚ ਦਾਣਾ ਨਹੀਂ ਪੈਂਦਾ, ਕਿਸੇ ਕੰਮ ਨਹੀਂ ਆਉਂਦੀ। ਰੱਬੀ ਗੁਣਾ ਤੋਂ ਬਿਨਾਂ ਇਹ ਜੀਵਨ ਕੁਮਲਾ ਜਾਂਦਾ ਏ, ਇਹ ਕਿਸੇ ਲੇਖੇ ਨਹੀਂ ਹੈ ਜੀਵਨ, ਇਹਦਾ ਕੋਈ ਮੁੱਲ ਨਹੀਂ ਇਸ ਜੀਵਨ ਦਾ। ਸਾਹਿਬ ਨੇ ਅੱਗੇ ਸ਼ਬਦ ਵਰਤੇ, ਮਹਾਰਾਜ ਕਹਿਣ ਲੱਗੇ ਹਰ ਨਹਾ ਨ ਮਿਲੀਐ ਸਾਜਨੈ, ਕਤ ਪਾਈਐ ਵਿਸ਼ਰਾਮ। ਨਾਂ ਦਾ ਅਰਥ ਹੈ ਖਸਮ ਪਰਮਾਤਮਾ। ਜੇਕਰ ਉਸ ਰੱਬ ਨੂੰ ਨਾ ਮਿਲੀਏ,
ਤਾਂ ਕਿਤੇ ਵੀ ਸੁੱਖ ਨਹੀਂ ਹੈ ਦੁਨੀਆ ਉੱਤੇ, ਸੁੱਖ ਹੈ ਉਹਦੇ ਦਰ ਦੇ ਉੱਤੇ। ਸਾਹਿਬ ਨੇ ਆਖਿਆ ਅੱਗੇ, ਜਿਤ ਘਰ ਹਰ ਕੰਤ ਨਾ ਪ੍ਰਗਟੀ, ਭੱਠ ਨਗਰ ਸੇ ਗ੍ਰਾਮ। ਜਿਸ ਹਿਰਦੇ ਘਰ ਦੇ ਅੰਦਰ ਰੱਬ ਜੀ ਆਪ ਵਿਰਾਜਦੇ ਨਹੀਂ ਆ ਕੇ, ਸਤਿਗੁਰੂ ਕਹਿੰਦੇ ਉਹ ਸਰੀਰ ਰੂਪੀ ਘਰ ਇੱਕ ਬਲਦੇ ਹੋਏ ਭੱਠੇ ਦੀ ਨਿਆਈ ਹੈ, ਜਿੱਥੇ ਸੇਕੇ ਸੇਕ ਹੈ, ਕੋਲ ਖੜੋ ਵੀ ਨਹੀਂ ਸਕਦੇ ਉਹਦੇ। ਤੇ ਅੱਗੇ ਸ਼ਬਦ ਵਰਤਿਆ, ਸਰਬ ਸ਼ਿੰਗਾਰ ਤੰਬੋਲ ਰਸ ਸਣ ਦੇ ਹੀ ਸਭ ਖਾਮ। ਕਹਿੰਦੇ ਇਹ ਸਾਰੇ ਰਸ, ਪਾਨ ਦੇ ਬੀੜੇ ਮੇਰੇ ਵਾਸਤੇ ਕੀ ਹੋ ਚੁੱਕੇ ਨੇ? ਸਣ ਦੇ ਹੀ ਸਭ ਖਾਮ, ਸਭ ਵਿਅਰਥ ਨੇ। ਕਿਉਂ? ਕਿਉਂਕਿ ਕੰਤ ਮੇਰੇ ਕੋਲ ਨਹੀਂ ਹੈ। ਉਹਦੇ ਬਿਨਾ ਖਾਣਾ ਪਹਿਨਣਾ, ਚੰਗੇ ਚੰਗੇ ਪਦਾਰਥ ਮੈਨੂੰ ਚੰਗੇ ਨਹੀਂ ਲੱਗਦੇ। ਸਾਹਿਬ ਨੇ ਅੱਗੇ ਸ਼ਬਦ ਵਰਤਿਆ, ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਮ। ਕਹਿੰਦੇ ਉਸ ਕੰਤ ਤੋਂ ਬਿਨਾ ਸਾਰੇ ਮਿੱਤਰ ਮੈਨੂੰ ਜਮਾਂ ਵਰਗੇ ਲੱਗਦੇ ਨੇ। ਕਿਵੇਂ? ਸਵਾਰਥ ਦੀਆਂ ਤੰਦਾਂ ਇਥੋਂ ਤੱਕ ਖੜੀਆਂ ਹੋ ਚੁੱਕੀਆਂ ਨੇ, ਬੰਦਾ ਇੰਨਾ ਇਖਲਾਕ ਤੋਂ ਗਿਰ ਚੁੱਕਾ ਹੈ ਨਾ, ਹਰ ਜਗ੍ਹਾ ਦੇ ਉੱਤੇ ਸੌਦੇਬਾਜ਼ੀ ਖੜੀ ਹੈ। ਮੁੰਡੇ ਦਾ ਵਿਆਹ ਕਰਨਾ ਹੋਵੇ, ਦਾ ਚਾਹੀਦਾ, ਉੱਥੇ ਵੀ ਸਾਡਾ ਲੈਣ ਦੇਣ ਤੋਂ ਬਿਨਾ ਕੁਝ ਨਹੀਂ। ਪਿਓ ਮਰ ਗਿਆ ਤਾਂ ਕੜਾ ਚਾਹੀਦਾ, ਛਾਪ ਪੈਣੀ ਚਾਹੀਦੀ ਹੈ ਸਹੁਰਿਆਂ ਵੱਲੋਂ। ਮਾਂ ਮਰ ਗਈ ਤਾਂ ਆਉਣਾ ਚਾਹੀਦਾ, ਕੋਈ ਨਾ ਕੋਈ ਸੂਟ ਆਉਣਾ ਚਾਹੀਦਾ ਹੈ। ਇੱਛਾ ਪਾਲੀ ਬੈਠੇ ਆ ਸਭ ਜਗ੍ਹਾ ਤੇ। ਐਡਾ ਕੁ ਮੰਗਤਾ, ਐਡਾ ਕੁ ਇਖਲਾਕ ਤੋਂ ਡਿੱਗ ਚੁੱਕਾ ਹੈ ਬੰਦਾ, ਮਰਗਿਆਂ ਉਤੋਂ ਵੀ ਕਮਾਈ ਕਰਨਾ ਚਾਹੁੰਦਾ ਹੈ। ਮੈਂ ਇੱਕ ਪਰਿਵਾਰ ਦੇ ਵਿੱਚ ਗਿਆ, ਉੱਥੇ ਉਹਨਾਂ ਦੀ ਭਾਬੀ ਮਰੀ ਸੀ। ਉਹਨਾਂ ਦੀਆਂ ਕੁੜੀਆਂ ਨੇ ਰੌਲਾ ਪਾ ਲਿਆ ਕਿ ਮੈਨੂੰ ਤਾਂ ਸੂਟ ਹੀ ਨਹੀਂ ਦਿੱਤਾ। ਉਹਨਾਂ ਦੀ ਇੱਕ ਬੀਬੀ ਬਜ਼ੁਰਗ ਮਾਤਾ ਮਰੀ, ਉਹ ਰੌਲਾ ਪਾ ਕੇ ਬਹਿ ਗਈ, ਮੈਨੂੰ ਤਾਂ ਸੂਟ ਹੀ ਨਹੀਂ ਦਿੱਤਾ, ਮੈਂ ਤਾਂ ਅਗਲੀ ਵਾਰੀ ਆਉਣਾ ਹੀ ਨਹੀਂ। ਇੱਥੋਂ ਤੱਕ ਤਾਂ ਲੋਕ ਖੜੇ ਨੇ ਹਲੇ। ਤੇ ਬਾਬਾ ਫਰੀਦ ਸਾਹਿਬ ਪਤਾ ਕਹਿੰਦੇ, ਫਰੀਦਾ ਜਾਂ ਲੱਭ ਤਾਂ ਨਹੀਂ ਕਿਹਾ। ਜਿੱਥੇ ਲੋਭ ਹੈ ਉੱਥੇ ਪਿਆਰ ਨਹੀਂ ਹੈ, ਉੱਥੇ ਵਪਾਰ ਹੈ, ਤੇ ਵਪਾਰ ਵਿੱਚ ਘਾਟੇ ਵਾਧੇ ਹੁੰਦੇ ਰਹਿੰਦੇ ਨੇ। ਉੱਥੇ ਰਿਸ਼ਤੇਦਾਰੀਆਂ ਨਿਭਾਈਆਂ ਜਾਂਦੀਆਂ, ਉੱਥੇ ਸਿਰਫ ਆਪਣਾ ਸਵਾਰਥ ਦੇਖਿਆ ਜਾਂਦਾ ਹੈ। ਤੇ ਸਾਹਿਬ ਜੀ ਨੇ ਅੱਗੇ ਸ਼ਬਦ ਵਰਤੇ, ਨਾਨਕ ਕੀ ਬੇਨੰਤੀ ਆ, ਕਰ ਕਿਰਪਾ ਦੀਜੈ ਨਾਮ। ਨਾਨਕ ਬੇਨਤੀ ਕਰਦਾ ਵੀ ਕਿਰਪਾ ਕਰਕੇ ਮੈਨੂੰ ਨਾਮ ਦੇ ਦਿਓ, ਨਾਮ ਦੀ ਦਾਤ ਦੇ ਦਿਓ, ਭਾਵ ਗੁਣਾਂ ਦੀ ਦਾਤ ਦੇ ਦਿਓ। ਮੇਰਾ ਚੰਗਾ ਸੋਹਣਾ ਉੱਚਾ ਜੀਵਨ ਬਣ ਜਾਵੇ, ਚੰਗਾ ਇਖਲਾਕ ਬਣ ਜਾਵੇ, ਤੇ ਮੈਂ ਚੰਗੇ ਤਰੀਕੇ ਨਾਲ ਖਿੜ ਕੇ ਇਸ ਜੀਵਨ ਨੂੰ ਬਤੀਤ ਕਰ ਸਕਾਂ। ਸਤਿਗੁਰੂ ਫਰਮਾਉਂਦੇ ਨੇ ਨਾ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ, ਭਗਤ ਕੈਸੇ ਹੁੰਦੇ ਨੇ। ਸਾਡੇ ਨਾ ਜਿਹੜਾ ਲੋਕ ਸਿਧਰਾ ਜਿਹਾ ਹੋਵੇ, ਜਿਹਨੂੰ ਕੱਪੜੇ ਪਾਉਣ ਦਾ ਚੱਜ ਨਹੀਂ ਹੈ, ਜਿਹਨੂੰ ਬੋਲਣ ਦਾ ਚੱਜ ਨਹੀਂ, ਉਹਨੂੰ ਕਹਿੰਦੇ ਭਗਤ ਆ ਜੀ ਰੱਬ ਦਾ। ਕੀ ਭਗਤ ਕਬੀਰ ਸਾਹਿਬ ਹੁਣੀ ਐਸੇ ਭਗਤ ਸੀ? ਭਗਤ ਰਵਿਦਾਸ ਸਾਹਿਬ ਹੁਣੀ ਐਸੇ ਭਗਤ ਸੀ? ਨਹੀਂ, ਅਸਲ ਸੱਚੇ ਭਗਤ ਉਹ ਸੀ ਜਿਨ੍ਹਾਂ ਬਾਬਤ ਅਸੀਂ ਬਚਨ ਪੜ੍ਹਦੇ ਹਾਂ, ਨਾਨਕ ਭਗਤਾਂ ਸਦਾ ਵਿਗਾਸ। ਇਹ ਨਾਨਕ ਭਗਤ ਸਦਾ ਖਿੜੇ ਦਿਲ ਵਾਲੇ ਨੇ। ਉਹਨਾਂ ਵਿੱਚੋਂ ਆਤਮਿਕ ਗਿਆਨ ਦਾ ਚਾਨਣ ਸੋਮਾ ਮੌਜੂਦ ਹੈ ਉਹਨਾਂ ਦੇ ਅੰਦਰ, ਤੇ ਉਹ ਸਦਾ ਹੀ ਖਿੜੇ ਹੋਏ ਨੇ, ਉਜਲ ਮੁਖ ਵਾਲੇ ਨੇ। ਸਾਹਿਬ ਜੀ ਅੱਗੇ ਸ਼ਬਦ ਵਰਦਿਆਂ ਕਹਿਣ ਲੱਗੇ, ਹਰ ਮੇਲੋ ਸੁਆਮੀ ਸੰਗ ਪ੍ਰਭ, ਜਿਸ ਕਾ ਨਿਹਚਲ ਧਾਮ। ਕਹਿੰਦੇ ਉਸ ਕੰਤ ਨੂੰ ਮਿਲਾ ਦਿਓ ਸਤਿਗੁਰੂ, ਜਿਹੜਾ ਅਟਲ ਹੈ, ਤੇ ਉਸ ਦੇ ਨਾਮ ਦੀ ਦਾਤ ਮੰਗੀ ਗਈ ਹੈ। ਤੇ ਸਾਹਿਬ ਨੇ ਅੱਗੇ ਸ਼ਬਦ ਵਰਤਿਆ, ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਕਣਾ। ਚੇਤ ਦੇ ਮਹੀਨੇ ਵਿੱਚ ਐਸੇ ਪਰਮਾਤਮਾ ਨੂੰ ਗੋਬਿੰਦ, ਧਰਤੀ ਦਾ ਆਸਰਾ, ਉਹ ਅਕਾਲ ਪੁਰਖ ਅਰਾਧੀ ਹੈ, ਉਹਨੂੰ ਅਰਾਧਨਾ ਚਾਹੀਦਾ ਹੈ। ਹੋਵੇ ਆਨੰਦ ਘਣਾ, ਜ਼ਿੰਦਗੀ ਵਿੱਚ ਬਹੁਤ ਆਨੰਦ ਬਣ ਜਾਵੇ। ਸੰਤ ਜਨਾ ਮਿਲ ਪਾਈਏ ਰਸਨਾ ਨਾਮ ਭਣਾ। ਇਹ ਜੀਵ ਨਾਲ ਪ੍ਰਭੂ ਦਾ ਨਾਮ ਜਪਣਾ ਚਾਹੀਦਾ ਹੈ ਸੰਤ ਜਨਾਂ ਦੀ ਸੰਗਤ ਦੇ ਵਿੱਚ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ। ਜਿਹੜੇ ਬੰਦਿਆਂ ਨੇ ਜਗਤ ਵਿੱਚ ਉਸ ਕੰਤ ਦੇ ਨਾਮ ਨੂੰ ਸੰਭਾਲਿਆ, ਸਮਝੋ ਉਹੀ ਆਏ ਪ੍ਰਵਾਨ ਨੇ। ਇੱਕ ਖਿਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਣਾ। ਮੈਨੂੰ ਇਉਂ ਲੱਗਦਾ ਵੀ ਇੱਕ ਪਲ ਉਹਦੇ ਬਿਨਾਂ ਜਿਉਣਾ ਵੀ ਜਿਵੇਂ ਜੀਵਨ ਤਰਕਾਰ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਹਾਥ ਦੀਪ ਕੂਐ ਪਰ ਕਾਹੇ ਕੀ ਕੁਸ਼ਲਾਤ। ਦੀਵਾ ਹੱਥ ਵਿੱਚ ਫੜਿਆ ਹੋਵੇ, ਸਾਹਮਣੇ ਦਿਖਦਾ ਟੋਆ, ਫਿਰ ਵਿੱਚ ਡਿੱਗ ਜਾਣਾ, ਸਿਆਣਪ ਥੋੜੀ ਹੈ। ਪਰ ਬੰਦਾ ਸਾਰਾ ਗਿਆਨ ਦੇ ਸੋਮੇ, ਸਭ ਕੁਝ ਇਹਦੇ ਕੋਲ, ਫਿਰ ਮੂਰਖਤਾਈ ਵਿੱਚ ਗਰਕਣਾ ਚਾਹੁੰਦਾ ਹੈ। ਸਤਿਗੁਰੂ ਕਹਿੰਦੇ ਮੈਨੂੰ ਤਾਂ ਇਉਂ ਲੱਗਦਾ ਹੈ ਵੀ ਜਿਵੇਂ ਇੱਕ ਖਿੰਨ ਵੀ ਉਹਨੂੰ ਵਿਸਾਰਨਾ ਮੇਰੇ ਵਾਸਤੇ ਮੌਤ ਦੇ ਬਰਾਬਰ ਹੈ। ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਬਣਾ। ਉਹ ਧਰਤੀ, ਆਕਾਸ਼, ਜੰਗਲ, ਪਰਬਤ, ਪਹਾੜ, ਪਾਣੀ ਵਿੱਚ ਸਭ ਥਾਂ ਤੇ ਰਮਿਆ ਹੋਇਆ ਹੈ।
ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁੱਖ ਗਣਾ। ਉਹ ਮੇਰੇ ਚਿੱਤ ਵਿੱਚ ਕਿਉਂ ਨਹੀਂ ਆ ਕੇ ਵਸ ਰਿਹਾ? ਇਹੀਓ ਮੇਰੇ ਵਾਸਤੇ ਸਭ ਤੋਂ ਵੱਡਾ ਦੁੱਖ ਹੈ। ਅੱਗੇ ਸ਼ਬਦ ਵਰਤਿਆ, ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ। ਜਿਨ੍ਹਾਂ ਨੇ ਉਸ ਕੰਤ ਨੂੰ ਪਾ ਲਿਆ ਏ ਉਹ ਵੱਡਿਆਂ ਭਾਗਾਂ ਵਾਲੇ ਨੇ। ਜਿਨ੍ਹਾਂ ਜ਼ਿੰਦਗੀ ਨੂੰ ਮੰਨਣਾ ਸਿੱਖ ਲਿਆ ਏ, ਜੀਣਾ ਸਿੱਖ ਲਿਆ ਏ, ਸਤਿਗੁਰੂ ਕਹਿੰਦੇ ਉਹ ਵੱਡਿਆਂ ਭਾਗਾਂ ਵਾਲੇ ਨੇ। ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ। ਹੇ ਨਾਨਕ ਮੇਰਾ ਮਨ ਅਜਿਹੇ ਅਕਾਲ ਪੁਰਖ ਦੇ ਦਰਸ਼ਨਾਂ ਦੀ ਤਾਂਘ ਰੱਖਦਾ ਹੈ। ਚੇਤ ਮਲਾਏ ਸੋ ਪ੍ਰਭੂ ਤਿਸਕੈ ਪਾਏ ਲਗਾ। ਵੀ ਚੇਤ ਦੇ ਮਹੀਨੇ ਅੰਦਰ ਜੇਕਰ ਕੋਈ ਮੈਨੂੰ ਉਸ ਕੰਤ ਪ੍ਰਮਾਤਮਾ ਨਾਲ ਮਿਲਾ ਦੇਵੇ, ਮੈਂ ਉਹਦੇ ਚਰਨ ਫੜ ਲਵਾਂ। ਤੇ ਸਤਿਗੁਰੂ ਨੇ ਤਾਂ ਇੱਥੋਂ ਤੱਕ ਵੀ ਆਖਿਆ ਭਾਵਨਾ ਦੇ ਵਹਿਣ ਵਿੱਚ ਬਹਿੰਦੇ ਹੋਇਆਂ ਕਿ ਜੇਕਰ ਮੈਨੂੰ ਕੋਈ ਰੱਬ ਦੇ ਘਰ ਦੀ ਗੱਲ ਸੁਣਾਵੇ ਮੈਂ ਕੀ ਦੇ ਸਕਦਾ। ਸੀਸ ਵੱਡੇ ਕਰ ਬੈਸਣ ਦੀਜੈ ਵਿਣ ਸਿਰ ਸੇਵ ਕਰੀਜੈ। ਇੱਥੋਂ ਤੱਕ ਭਾਵਨਾ ਦਾ ਜ਼ਿਕਰ ਕੀਤਾ ਹੈ ਕਿ ਜੇ ਮੈਨੂੰ ਕੋਈ ਰੱਬ ਦੇ ਘਰ ਦੀ ਗੱਲ ਸੁਣਾਵੇ, ਮੈਂ ਆਪਣਾ ਸਿਰ ਵੱਢ ਕੇ ਉਹਨੂੰ ਥੱਲੇ ਰੱਖਦਿਆਂ ਆਖਾਂ ਇਹਦੇ ਉੱਤੇ ਬੈਠ ਕੇ ਮੈਂ ਤੇਰੀ ਸੇਵਾ ਕਰਦਾ। ਸੋ ਰੱਬ ਦੇ ਪਿਆਰੇ ਰੱਬੀ ਜਨ ਇਹ 35 ਮਹਾਂਪੁਰਸ਼ ਨੇ ਜਿਨ੍ਹਾਂ ਤੋਂ ਅਸੀਂ ਨਾਮ ਦੀ ਦਾਤ ਲੈਣੀ ਹੈ। ਕੋਈ ਸਰੀਰ ਸਾਨੂੰ ਕੁਝ ਨਹੀਂ ਕਰ ਸਕਦਾ। ਸਰੀਰ ਸਾਨੂੰ ਦੱਸ ਸਕਦਾ ਏ, ਪਰ ਜੁੜਨਾ ਸਾਡੀ ਸੁਰਤ ਨੇ ਆ। ਸਰੀਰ ਨੇ ਨਹੀਂ, ਪਹਿਲਾਂ ਸੁਰਤ ਨੇ ਜੁੜਨਾ। ਸੋ ਮੈਂ ਥੋੜਾ ਜਿਹਾ ਦੱਸ ਦੇਵਾਂ। ਬਹੁਤ ਹੀ ਸਤਿਕਾਰਯੋਗ ਭਾਈ ਬਲਜਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਤੋਂ, ਬਹੁਤ ਹੀ ਪਿਆਰੀ ਰੂਹ ਨੇ। ਬਹੁਤ ਇਹਨਾਂ ਦਾ ਮੈਂ ਜ਼ਿਕਰ ਕਰਦਾ ਹੁੰਦਾ ਜਦੋਂ ਕਿਤੇ ਬੈਠੀ ਦਾ ਵਾ। ਥੋੜਾ ਦੱਸਣਾ ਜ਼ਰੂਰੀ ਹੈ। ਅਸੀਂ ਭਾਈ ਸਾਹਿਬ ਨੂੰ ਕਹੇ, ਭਾਈ ਸਾਹਿਬ ਤੁਸੀਂ ਕੀ ਭੇਟਾ ਲਾਓਗੇ? ਜੇ ਸਾਡੇ ਕੋਲ ਕੀਰਤਨ ਕਰਨ ਆਉਣਾ, ਕੀ ਭੇਟਾ ਲਾਓਗੇ? ਉਹ ਕਹਿੰਦੇ ਭਾਈ ਸਾਹਿਬ ਪ੍ਰਸ਼ਾਦਾ ਛਕਾ ਕੇ ਮੋੜ ਦਿਓ, ਸਾਨੂੰ ਕੁਛ ਨਾ ਦਿਓ। ਨਹੀਂ 21,000 31,000 ਤੋਂ ਥੱਲੇ ਨਹੀਂ ਕੋਈ ਉਤਰਦਾ ਹੈਗਾ। ਇੰਨੀ ਖੁਸ਼ੀ ਹੋਈ ਵੀ ਐਸੇ ਜੀਵਨ ਵਾਲੇ ਵੀ ਵੀਰ ਨੇ। ਠੀਕ ਹੈ, ਖਰਚੇ ਸਭ ਦੇ ਹੁੰਦੇ ਨੇ। ਸਾਡਾ ਸੰਗਤ ਦਾ ਵੀ ਫਰਜ਼ ਬਣਦਾ ਵੀ ਅਸੀਂ ਵੀ ਵੱਧ ਚੜ ਕੇ ਉਤਸ਼ਾਹ ਨਾਲ ਉਹਨਾਂ ਦੇ ਨਾਲ ਖੜੀਏ ਜਿਹੜੇ ਐਸਾ ਸਟੈਂਡ ਰੱਖਣ ਵਾਲੇ ਨੇ। ਠੀਕ ਹੈ ਪਿਆਰਿਓ। ਸੋ ਬੜਾ ਧੰਨਵਾਦ ਹੈ ਵੀਰ ਜੀ ਉਹਨਾਂ ਦਾ ਜਿਨ੍ਹਾਂ ਇੱਥੇ ਆ ਕੇ ਸਤਿਗੁਰੂ ਦੇ ਸ਼ਬਦ ਨਾਲ ਤੁਹਾਨੂੰ ਜੋੜਨਾ ਹੈ। ਮੇਰੇ ਤੋਂ ਬਾਅਦ ਉਹਨਾਂ ਦਾ ਸਮਾਂ ਸ਼ੁਰੂ ਹੋ ਗਿਆ ਜੀ। ਦਿੱਤਾ ਹੋਇਆ ਸਮਾਂ ਸਮਾਪਤ ਹੈ। ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ, ਕੋਟਾਨ ਕੋਟ ਧੰਨਵਾਦ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਬੋਲਦੇ ਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਮੇਰੀਆਂ, ਅਣਜਾਣ ਸਮਝ ਕੇ ਮਾਫ ਕਰ ਲੈਣਾ। ਜੇ ਕੋਈ ਗੱਲ ਚੰਗੀ ਲੱਗੀ ਗੁਰੂ ਦੀ ਜਾਣ ਕੇ ਹਿਰਦੇ ਵਿੱਚ ਵਸਾਉਣੀ। ਸਾਰੀ ਸੰਗਤ ਦਾ ਫਿਰ ਤੋਂ ਧੰਨਵਾਦ। ਨਵੇਂ ਸਾਲ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਹੋਵਣ। ਅੰਤ ਵਿੱਚ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।